ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭਰਾਤ ਹੁਤੇ ਸਤ ਤਾਹੇ ਕੇ ਕਰਹਿ ਬਿਰਲਾਪ ਪੁਕਾਰ। ਭੂਖਨ ਯੁਤ ਸ਼ਿੰਗਾਰ ਖਵੈ ਪੀਟਤ ਕਰ ਮੁਖ ਨਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ 'ਚ जुड़ बैठी गुरु की साजी और नवाजी हुई गुरु का खास रूप। गुरु खालसा साध संगत जीओ धनता दे पात्र हो। पिछले पैरां दे सजे हुए दीवाना च निता प्रति जुड़ के सतगुरु श्री गुरु नानक देव साहब जी महाराज जी की जन्म साखी सतगुरां दे पावन इतिहास की लड़ीवार कथा आप जी बहुत ही अदब सत्कार शरधा ते भावना सहित सरवण कर रहे हो। जो यह कथा सुनै अर गावै दुख पाप तिह निकट न आवै। ये ऐसी कल्याणकारी कथा है। सतगुरु गुरु नानक साहब दे उच्चारण किए गए पावन शब्द की व्याख्या महाकवि कविराज भाई संतोख सिंह जी कर रहे ने। सहंसरदान दे अंदर रुआया परशुराम रोवै घर आया। ਇਹਦੇ ਵਿੱਚ आई हुई पावन पंक्ति रोवै पांडव भये मजूर। ਇਹਦੀ व्याख्या चल रही है कि किवें पांडव अपना सब कुछ कैरवां दी सभा च जूए च हार गए। 12 सालां वास्ते जंगल विच दर-बदर भटकदे रहे और 1 साल राजे विराट दे कोल नौकर बन के गुप्तवास कट्टिया। उस गुप्तवास दे दौरान भीम रसोईया बनिया होया है, युधिष्ठिर चौपड़ दा खिडारी बनिया होया है और अर्जन ने एक नृतकारनी का रूप बनाया होया है और नकुल ते सहदेव घोड़ियां दी ते गऊआं दी रखवाली करते हैं। द्रौपदी राजे विराट दी राणी दी दासी है जिस दा स्वरूप वेख के करीचक लुभाएमान होया और उस नूं बेआबरू करना चाहया। करीचक जिहदे च 10,000 हाथियों का बल दस्या जाता सी। भीम ने जा करके करीचक का वध किया और उहदी करनी का फल उहनूं भुगताया है। जदों करीचक मरिया होया पिया अगले दिन चटसाल च वेखिया सब हैरान सन कि किसी शस्त्र अस्त्र का वार नहीं होया। जिवें घुमियार दा चक हुंदा उहदे वांगू करीचक दा शरीर करके रखिया होया। करीचक दे 100 भरा सन जिन्हां ने जदों आके अपने भरा करीचक दी मौत होई वेखी ते दुखी होए ने। इत्थों अगे प्रसंग प्रारंभ हो रहा है। गुरु जगत गुरु श्री गुरु नानक देव साहब जी महाराज आप नारायण कला धार जग में परवरियो। निरंकार आकार जोत जग मंडल करियो। गुरु नानक साहब आप पार ब्रह्म परमेश्वर ने
ਸਤਿਗੁਰਾਂ ਦੇ ਚਰਨਾਂ ਵਿੱਚ ਆਪਣਾ ਧਿਆਨ ਜੋੜਦੇ ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਭਰਾਤ ਹੁਤੇ ਸਤ ਤਾਹੇ ਕੇ ਕਰਹਿ ਬਿਰਲਾਪ ਪੁਕਾਰ। ਜਦੋਂ ਗੁਰਮੁਖੀ ਵਿੱਚ ਕਹਿਣਾ ਹੋਵੇ ਤੇ ਸਤ ਆਪਾਂ ਸਤ ਨੂੰ ਕਹਿ ਦਿੰਦੇ ਹਾਂ, ਪਰ ਜਦੋਂ ਸੰਸਕ੍ਰਿਤ ਵਿੱਚ ਸੱਸੇ ਦੇ ਪੈਰ 'ਚ ਬਿੰਦੀ ਲੱਗ ਕੇ ਉਚਾਰਨ ਹੋਵੇਗਾ ਸ਼ਤਕ ਜਾਂ ਸ਼ਤ, ਤੇ ਸ਼ਤ ਦਾ ਅਰਥ ਹੁੰਦਾ 100। ਕਰੀਚਕ ਦੇ ਸ਼ਤ 100 ਭਰਾ ਸਨ। ਜਦੋਂ ਕਰੀਚਕ ਮਾਰਿਆ ਗਿਆ ਤਾਂ ਉਹਦੇ ਜਿਹੜੇ 100 ਭਰਾ ਸਨ ਉਹ ਆ ਕੇ ਉੱਚੀ ਉੱਚੀ ਪੁਕਾਰ ਕਰਕੇ ਰੋਂਦੇ ਹਨ। ਭੂਖਨ ਯੁਤ ਸ਼ਿੰਗਾਰ ਖਵੈ ਪੀਟਤ ਕਰ ਮੁਖ ਨਾਰ। ਔਰ ਕਹਿੰਦੇ ਜਿਹੜੇ ਸਰੀਰ ਤੇ ਇਹਨਾਂ ਦੇ ਕੀਤੇ ਹੋਏ ਭੂਸ਼ਣ ਗਹਿਣੇ ਸਨ, ਉਹਨਾਂ ਸ਼ਿੰਗਾਰਾਂ ਦੇ ਸਮੇਤ ਇਹ ਆਪਣੇ ਗਹਿਣਿਆਂ ਦੇ ਸਮੇਤ ਆਪਣੇ ਸਰੀਰ ਨੂੰ ਪਿੱਟਦੇ ਨੇ। ਜਿਵੇਂ ਨਾਰਾਂ ਰੋਂਦੀਆਂ ਨੇ, ਇਸਤਰੀਆਂ ਰੋਂਦੀਆਂ ਹੋਣ, ਏਦਾਂ ਕਰੀਚਕ ਦੇ ਭਰਾ ਰੋ ਰਹੇ ਹਨ। ਚੌਪਈ ਸ਼ੋਰ ਪਰਾ ਸਗਰੇ ਪੁਰ ਬੀਚੂ। ਸਾਰੀ ਬਰਾਟ ਨਗਰੀ ਦੇ ਵਿੱਚ ਇੱਕਦਮ ਸ਼ੋਰ ਮਚ ਗਿਆ ਕਿ ਕਰੀਚਕ ਮਾਰਿਆ ਗਿਆ। ਲੋਕਾਂ ਵਿੱਚ ਇਹ ਗੱਲ ਪਹਿਲਾਂ ਹੀ ਫੈਲੀ ਹੋਈ ਸੀ ਕਿ ਦ੍ਰੋਪਦੀ ਦੀ ਜਿਹੜੀ ਰਖਵਾਲੀ ਕਰਦੇ ਨੇ ਉਹ 5 ਗੰਧਰਵ ਨੇ। ਲੋਕ ਕਹਿੰਦੇ ਕਰੀਚਕ ਜਿਸ ਤਰੀਕੇ ਨਾਲ ਮਰਿਆ ਪਿਆ ਉਹ 5 ਗੰਧਰਵ ਹੀ ਇਹਨੂੰ ਮਾਰ ਕੇ ਗਏ ਨੇ। ਕੋਈ ਇਨਸਾਨ ਏਦਾਂ ਕਿਸੇ ਇਨਸਾਨ ਨੂੰ ਨਹੀਂ ਮਾਰ ਸਕਦਾ। ਕੋਈ ਸ਼ਸਤਰ ਦਾ ਵਾਰ ਨਜ਼ਰ ਨਹੀਂ ਆਉਂਦਾ। ਇੱਥੇ ਘੁਮਿਆਰ ਦੇ ਚੱਕ ਵਾਂਗੂ ਗੁੱਥਾ ਜਿਹਾ ਕਰਕੇ ਬਿਠਾ ਦਿੱਤਾ, ਇਹਨੂੰ ਜ਼ਮੀਨ ਤੇ ਪਾ ਦਿੱਤਾ। ਉਹ ਲੋਕਾਂ ਵਿੱਚ ਇਹ ਗੱਲ ਫੈਲੀ ਹੋਈ ਸੀ, ਇਹ ਸ਼ੋਰ ਮਚਿਆ ਹੋਇਆ ਸੀ। ਸੁਨ ਸੁਨ ਆਏ ਊਚੇ ਅਰ ਨੀਚੂ। ਜਿਹਨੇ ਵੀ ਸੁਣਿਆ ਕਿ ਕਰੀਚਕ ਮਰ ਗਿਆ, ਨਗਰ ਦੇ ਉੱਚੇ ਨੀਵੇਂ ਲੋਕ ਸਾਰੇ ਵੇਖਣ ਆਏ। ਸੁਸਾ ਬਿਲੋਕਤ ਚੱਕਰਿਤ ਹੋਈ। ਜਿਹੜੀ ਕਰੀਚਕ ਦੀ ਭੈਣ ਸੀ ਰਾਜੇ ਵਿਰਾਟ ਦੀ ਘਰ ਵਾਲੀ, ਉਹਨੇ ਜਦੋਂ ਆਪਣੇ ਭਰਾ ਦੀ ਲਾਸ਼ ਵੇਖੀ, ਲੋਥ ਵੇਖੀ, ਉਹ ਵੀ ਵੇਖ ਕੇ ਬੜੀ ਹੈਰਾਨ ਹੋਈ ਤੇ ਰੋਂਦੀ ਐ। ਗੁਣ ਗਨ ਵਰਣਨ ਕਰਕੇ ਰੋਈ। ਔਰ ਆਪਣੇ ਭਰਾ ਦੇ ਗੁਣਾਂ ਨੂੰ ਚੇਤੇ ਕਰਕੇ ਰੋਂਦੀ ਐ। ਭੈ ਰੋਵੈ ਗੁਣ ਸਾਰ ਸਮਾਲੇ, ਕੋਈ ਮਰੈ ਨਾ ਮੋਇਆ ਨਾਲੇ। ਕਹਿੰਦੇ ਆਪਣੇ ਭਰਾ ਦੇ ਗੁਣ ਗਾਨ ਕਰਕੇ ਰੋਂਦੀ ਹੈ। ਰਿਪ ਰੋਇਓ ਜਬ ਮੇਰੇ ਤੱਕ ਦੇਖਾ। ਰਾਜਾ ਵਿਰਾਟ ਜਦੋਂ ਆਇਆ ਉਹਨੇ ਵੇਖਿਆ ਆਪਣੇ ਸਾਲੇ ਨੂੰ ਮਰਿਆ ਪਿਆ, ਉਹ ਵੀ ਰੋਇਆ, ਉਹ ਵੀ ਕੁਰਲਾਇਆ। ਭਇਓ ਨਾਰ ਕੋ ਬ੍ਰਿੰਦ ਬਿਸ਼ੇਖਾ। ਬਹੁਤ ਸਾਰੀਆਂ ਇਸਤਰੀਆਂ ਸਨ ਕਰੀਚਕ ਦੀਆਂ ਤੇ ਹੋਰ ਰਾਣੀਆਂ, ਉਹ ਵੀ ਆ ਕੇ ਰੋਂਦੀਆਂ ਨੇ, ਰੁਦਨ ਕਰਦੀਆਂ ਹਨ। ਭਰਾਤ ਦੁਸ਼ਟ ਕੇ ਕੁਮਤ ਵਿਚਾਰੀ। ਫਿਰ ਆਪਣੇ ਭਰਾ ਦੀ ਜਿਹੜੀ ਖੋਟੀ ਮੱਤ ਹੈ ਉਹਨੂੰ ਵਿਚਾਰਦੀ ਹੈ ਵੀ ਇਹਨੇ ਮਾੜਾ ਕੰਮ ਕੀਤਾ ਸੀ, ਮੇਰੀ ਦਾਸੀ ਤੇ ਮਾੜੀ ਦ੍ਰਿਸ਼ਟੀ ਰੱਖੀ ਸੀ। ਉਹਨੇ ਕਿਹਾ ਵੀ ਹੋਇਆ ਸੀ ਕਿ ਮੇਰੇ 5 ਗੰਧਰਵ ਰਖਵਾਲੇ ਨੇ, ਮੇਰੇ ਵੱਲ ਕੋਈ ਇਸ ਦ੍ਰਿਸ਼ਟੀ ਨਾਲ ਨਾ ਵੇਖੇ, ਕਿਤੇ ਕੱਲ ਨੂੰ ਆਖੋ ਕਿ ਉਹਨਾਂ 5 ਗੰਧਰਵਾਂ ਨੇ ਉਹਨੂੰ ਮਾਰ ਦਿੱਤਾ, ਉਹ ਆਪਣੀ ਜਾਨ ਮਾਲ ਦਾ ਆਪ ਜ਼ਿੰਮੇਵਾਰ ਹੋਵੇਗਾ। ਇਹ ਗੱਲ ਦਾਸੀ ਨੇ ਕਹੀ ਸੀ, ਪਰ ਮੇਰੇ ਭਰਾ ਨੇ ਇਸ ਗੱਲ ਨੂੰ ਨਹੀਂ ਵਿਚਾਰਿਆ। ਉਹਨੇ ਖੋਟਾ ਕੰਮ ਕੀਤਾ, ਤਦੇ ਉਹਦੀ ਇਹ ਦਸ਼ਾ ਹੋਈ ਹੈ। ਕਾਰਨ ਮਰਨ ਸੁੰਦਰੀ ਨਾਰੀ। ਇਹਦੀ ਮੌਤ ਦਾ ਕਾਰਨ ਉਹ ਸੁੰਦਰ ਦਾਸੀ ਹੈ। ਇਹ ਕੋ ਜਾ ਰਹੇਗੇ ਇਸ ਸਾਥਾ। ਹੁਣ ਜਿਹੜੇ ਕਰੀਚਕ ਦੇ ਭਰਾ ਨੇ ਉਹ ਕਹਿੰਦੇ ਸਾਡੇ ਭਰਾ ਦੀ ਮੌਤ ਦਾ ਕਾਰਨ ਉਹ ਸੁੰਦਰ ਦਾਸੀ ਹੈ। ਕਹਿੰਦੇ ਜੇ ਸਾਡਾ ਭਰਾ ਮਰ ਗਿਆ ਤੇ ਉਹਨੂੰ ਵੀ ਅਸੀਂ ਜਿਉਂਦਾ ਨਹੀਂ ਰਹਿਣ ਦੇਣਾ। ਉਹ ਜਿਹੜੀ ਦਾਸੀ ਹੈ ਦ੍ਰੋਪਦੀ, ਕਹਿੰਦੇ ਉਹਨੂੰ ਵੀ ਆਪਣੇ ਭਰਾ ਕਰੀਚਕ ਦੀ ਲਾਸ਼ ਨਾਲ ਸਾੜ ਕੇ ਮਾਰਾਂਗੇ, ਅਸੀਂ ਉਹਨੂੰ ਚਿਖਾ ਵਿੱਚ ਜਲਾ ਕੇ ਭਸਮ ਕਰਾਂਗੇ। ਕਹਿ ਅਸ ਗਹਿਓ ਦ੍ਰੋਪਦੀ ਹਾਥਾ। ਏਦਾਂ ਕਹਿ ਕੇ ਕਰੀਚਕ ਦੇ ਭਰਾਵਾਂ ਨੇ ਦ੍ਰੋਪਦੀ ਨੂੰ ਪਕੜ ਲਿਆ। ਹੁਣ ਇੱਕ ਸਮੱਸਿਆ ਚੋਂ ਵਿਚਾਰੀ ਨਿਕਲੀ ਸੀ, ਅਗਲੇ ਦਿਨ ਫਿਰ ਹੋਰ ਸਮੱਸਿਆ ਬਣ ਗਈ। ਕਹਿਣ ਲੱਗੇ ਇਹਨੂੰ ਫੜ ਕੇ ਹੁਣ ਚਿਖਾ ਦੇ ਵਿੱਚ ਸਾੜ ਕੇ ਮਾਰਾਂਗੇ।
ਉਹਨੂੰ ਜ਼ਬਰਦਸਤੀ ਨਾਲ ਪਕੜ ਲਿਆ ਦ੍ਰੋਪਦੀ ਨੂੰ। ਬਹਿਰ ਨਗਰ ਤੇ ਚਿਖਾ ਬਣਾਈ। ਨਗਰ ਤੋਂ ਬਾਹਰ ਆਪਣੇ ਭਰਾ ਕਰੀਚਕ ਨੂੰ ਸਾੜਨ ਵਾਸਤੇ ਇਹਨਾਂ ਨੇ ਚਿਖਾ ਤਿਆਰ ਕੀਤੀ ਬਹੁ ਨਰ ਤੇ ਕੋ ਲੀਨ ਉਚਾਈ। ਔਰ ਉਸ ਕਰੀਚਕ ਦੀ ਲਾਸ਼ ਨੂੰ ਬਹੁਤੇ ਲੋਕਾਂ ਨੇ ਇਕੱਠਿਆਂ ਹੋ ਕੇ ਚੁੱਕਿਆ ਬਿਨ ਰਖਿਅਕ ਗਹਿ ਕਰਤੇ ਹਾਥਾ। ਔਰ ਉਸ ਵਕਤ ਦ੍ਰੋਪਦੀ ਹੱਥ ਜੋੜਦੀ ਕਹਿੰਦੀ ਆ, ਵੇਖ ਲਓ ਤੁਹਾਡੇ ਕਰੀਚਕ ਦਾ ਕੀ ਹਾਲ ਹੋਇਆ। ਤੁਹਾਨੂੰ ਮੈਂ ਪਹਿਲੋਂ ਵੀ ਕਿਹਾ ਸੀ ਕਿ ਮੇਰੀ ਰੱਖਿਆ ਕਰਨ ਵਾਲੇ 5 ਗੰਧਰਵ ਨੇ, ਤੇ ਹੁਣ ਤੁਸੀਂ ਉਹ ਡਰਾਵਾ ਦਿੰਦੀ ਸੀ ਵੀ ਮੈਨੂੰ ਤੁਸੀਂ ਇਸ ਪ੍ਰਕਾਰ ਨਾਲ ਮੇਰੀ ਇਹ ਦਸ਼ਾ ਨਾ ਕਰੋ। ਗਮਨੇ ਲੋਕ ਲੀਏ ਤੇ ਸਾਥਾ। ਪਰ ਉਹ ਨਹੀਂ ਮੰਨੇ, ਨੂੰ ਨਾਲ ਲੈ ਕੇ ਚੱਲ ਪਏ ਤੇ ਬਹੁਤ ਸਾਰੇ ਲੋਕ ਵੀ ਚੱਲ ਪਏ। ਲੋਕ ਬਿਲੋ ਕਹਿ ਗਿਰਾ ਅਲਾਈ। ਲੋਕ ਵੇਖ ਕੇ ਗੱਲਾਂ ਕਰਦੇ ਨੇ, ਕਹਿੰਦੇ ਹਨ ਬਿਨ ਅਪਰਾਧ ਦੇ ਹੋ ਛੁਰਵਾਈ। ਲੋਕ ਕਹਿੰਦੇ ਵੀ ਇਸ ਵਿਚਾਰੀ ਔਰਤ ਦਾ ਕੀ ਕਸੂਰ ਹੈ, ਇਸ ਦਾਸੀ ਦਾ ਕੀ ਕਸੂਰ ਹੈ, ਦੋਸ਼ ਹੈ, ਇਹਦਾ ਤਾਂ ਕੋਈ ਦੋਸ਼ ਨਹੀਂ, ਇਹਨੂੰ ਭਲਾ ਇਹ ਖਬਰੇ ਕਿਉਂ ਸਾੜਦੇ ਐ। ਦੋਸ਼ੀ ਤਾਂ ਕਰੀਚਕ ਆਪ ਸੀ, ਇਹਨੂੰ ਹੁਣ ਭਲਾ ਕਿਉਂ ਸਾੜਦੇ ਨੇ, ਨਾਲ ਇਹਨੂੰ ਛੁਡਾਣਾ ਚਾਹੀਦਾ ਹੈ। ਕੋਏ ਨਾ ਮੰਨਹਿ ਕਿਸ ਕੋ ਕਹਿਨੋ। ਲੋਕਾਂ ਨੇ ਬਥੇਰਾ ਕਰੀਚਕ ਦੇ ਭਰਾਵਾਂ ਨੂੰ ਸਮਝਾਇਆ ਵੀ ਤੁਹਾਡਾ ਭਰਾ ਹੁਣ ਮਰ ਗਿਆ, ਇਹਨੂੰ ਵਿਚਾਰੀ ਨੂੰ ਕਿਉਂ ਸਾੜ ਕੇ ਮਾਰਦੇ ਹੋ, ਇਹਦਾ ਕੀ ਦੋਸ਼ ਹੈ। ਪਰ ਉਹ ਨਹੀਂ ਮੰਨਦੇ, ਅੱਗੋਂ ਵੀ ਬੜੇ ਜਿੱਦੀ ਨੇ, ਕਹਿੰਦੇ ਇਹਦੇ ਕਰਕੇ ਮਰਿਆ ਸਾਡਾ ਭਰਾ ਤੇ ਇਹਨੂੰ ਵੀ ਅਸੀਂ ਸਾੜਾਂਗੇ। ਕਰੀਚਕ ਮਰਨ ਸ਼ੋਕ ਕੀ ਦਹਿਨੋ। ਕਰੀਚਕ ਦਾ ਮਰਨ ਦਾ ਸ਼ੋਕ ਹੈ ਇਹਨਾਂ ਦੇ ਮਨ ਵਿੱਚ, ਇਹਨਾਂ ਨੂੰ ਸਾੜਦਾ ਹੈ। ਦਿਲ ਪਹਿ ਬਹੁਤ ਮਿਲੇ ਨਰ ਨਾਰੀ। ਬਹੁਤ ਸਾਰੇ ਨਰ ਨਾਰੀਆਂ ਇਕੱਠੇ ਹੋ ਕੇ, ਜਿਹੜੇ ਕਰੀਚਕ ਦੇ 100 ਭਰਾ ਅੱਗੋਂ ਉਹਨਾਂ ਦੀਆਂ ਘਰ ਵਾਲੀਆਂ, ਇਹ ਮਿਲ ਮਿਲ ਕੇ ਗਲਾਂ ਦੇ ਨਾਲ ਰੋਂਦੇ ਹਨ। ਭਇਓ ਦ੍ਰੋਪਦੀ ਕੋ ਦੁਖ ਭਾਰੀ। ਇਧਰ ਦ੍ਰੋਪਦੀ ਵਾਸਤੇ ਹੁਣ ਹੋਰ ਇੱਕ ਦੁੱਖ ਦੀ ਘੜੀ ਆਣ ਬਣੀ ਵੀ ਹੁਣ ਕਿਵੇਂ ਬਚਾਅ ਹੋਵੇਗਾ। ਉਧਰ ਪਾਂਡਵ ਜਿਹੜੇ ਸੀ ਉਹ ਗੁਪਤਵਾਸ ਕੱਟ ਰਹੇ ਸੀ, ਪ੍ਰਗਟ ਹੋ ਨਹੀਂ ਸੀ ਸਕਦੇ। ਜੇ ਪ੍ਰਗਟ ਹੁੰਦੇ ਤੇ ਉਹਨਾਂ ਦਾ 12 ਸਾਲਾਂ ਦਾ ਬਨਵਾਸ ਫਿਰ ਦੁਬਾਰੇ ਤੋਂ ਸ਼ੁਰੂ ਹੋ ਜਾਣਾ ਸੀ। ਉਹਨਾਂ ਵਾਸਤੇ ਵੀ ਸਮੱਸਿਆ ਬਣੀ ਹੋਈ। ਹੁਣ ਦ੍ਰੋਪਦੀ ਬਹੁਤ ਦੁਖੀ ਹੈ, ਕਹੇ ਹਾਥ ਤੇ ਵਿਆਕੁਲ ਹੋਈ। ਉਹਨਾਂ ਦੇ ਪਕੜਦੇ ਕਰਕੇ ਦ੍ਰੋਪਦੀ ਵਿਆਕੁਲ ਤੇ ਬੇਬਲ ਹੈ। ਰੱਖਿਅਕ ਦੇਖਿਓ ਨਿਕਟ ਨਾ ਕੋਈ। ਵੇਖਿਆ ਕੋਈ ਨੇੜੇ ਰੱਖਿਅਕ ਨਜ਼ਰ ਨਹੀਂ ਆਉਂਦਾ, 5 ਪਾਂਡਵਾਂ ਚੋਂ ਇੱਕ ਵੀ ਪਾਂਡਵ ਕੋਲ ਨਹੀਂ। ਰੋਦਨ ਕਰਤ ਨੈਣ ਝਲਕਾਹੀ। ਰੋਂਦੀ ਆ ਦ੍ਰੋਪਦੀ ਤੇ ਨੇਤਰਾਂ ਚੋਂ ਨੀਰ ਵਹਾਉਂਦੀ ਐ। ਮਨਹੁ ਮੀਨ ਦੈ ਜਲ ਕੇ ਮਾਹੀ। ਰੋਂਦੀ ਆ ਜਦੋਂ ਇਉਂ ਜਾਪਦਾ ਜਿਵੇਂ ਕੋਈ ਮੱਛ ਪਾਣੀ ਬਾਹਰ ਛਿੜਕ ਕੇ ਕੱਢਦਾ ਨਾ, ਏਦਾਂ ਇਹਦੇ ਨੇਤਰਾਂ ਦੇ ਵਿੱਚੋਂ ਪਾਣੀ ਦੀ ਫੁਹਾਰ ਵਹਿੰਦੀ ਆ ਦ੍ਰੋਪਦੀ ਦੇ। ਸੂਕੇ ਅਧਰ ਬੋਲ ਨਹਿ ਆਵਤ। ਬੁੱਲ ਖੁਸ਼ਕ ਹੋ ਗਏ ਨੇ, ਮੂੰਹ ਤੋਂ ਕੁਝ ਬੋਲ ਨਹੀਂ ਸਕਦੀ। ਬਿਥਰੇ ਕੇਸ ਤਰਾਸ ਬਹੁ ਪਾਵਤ। ਸਿਰ ਦੇ ਕੇਸ ਖਿੰਡੇ ਹੋਏ, ਬਹੁਤ ਡਰੀ ਹੋਈ ਤੇ ਸਹਿਮੀ ਹੋਈ ਐ। ਸੁਧ ਨਾ ਸੰਭਾਰਨ ਸੀਸ ਪਿਛੋਰੀ। ਔਰ ਆਪਣੇ ਸਿਰ ਦੇ ਉੱਤੇ ਜਿਹੜੀ ਚੁੰਨੀ ਆਦਕ ਹੈ ਉਹਦੀ ਵੀ ਇਹਨੂੰ ਸੁੱਧ ਨਹੀਂ, ਸੰਭਾਲ ਨਹੀਂ। ਗਮਨੇ ਸਰਬ ਭੀਮ ਗ੍ਰਹਿ ਓਰੀ। ਹੁਣ ਕੁਝ ਲੋਕ ਭੀਮ ਦੇ ਘਰ ਗਏ। ਸੁਨਿਓ ਸ਼ਰਣ ਮੈਂ ਸ਼ੋਰ ਬਿਸਾਲਾ। ਹੁਣ ਉੱਥੇ ਭੀਮ ਦੇ ਕੋਲ ਜਦੋਂ ਗੱਲ ਪਹੁੰਚੀ ਵੀ ਆਹ ਕੁਝ ਹੋਣ ਲੱਗਾ ਹੈ, ਭੀਮ ਨੇ ਜਦੋਂ ਇਹ ਸ਼ੋਰ ਸੁਣਿਆ, ਉੱਠਿਓ ਨੀਂਦ ਤਜ ਕਰਤੇ ਕਾਲਾ। ਭੀਮ ਕਿਉਂਕਿ ਰਾਤ ਸਾਰੀ ਲੜ ਕੇ ਆਇਆ ਸੀ, ਉਹ ਸੁੱਤਾ ਪਿਆ ਸੀ। ਜਦੋਂ ਉਹਨੇ ਸ਼ੋਰ ਸੁਣਿਆ ਇੱਕਦਮ ਉੱਠਿਆ ਤੇ ਜਾਗਿਆ। ਦੇਖ ਪੰਚਾਲੀ ਕੋ ਅਕੁਲਾਵਾ। ਦੇਖਿਆ ਕਿ ਪੰਚਾਲੀ ਦੀ ਕੀ ਦਸ਼ਾ ਹੋ ਰਹੀ ਹੈ। ਦ੍ਰੋਪਦੀ ਦੀ ਐਸੀ ਦਸ਼ਾ ਵੇਖ ਕੇ ਭੀਮ ਵਿਆਕੁਲ ਹੋਇਆ। ਜਿਹ ਕੋ ਬਦਨ ਕਮਲ ਕੁਮਲਾਵਾ। ਦੇਖਿਆ ਕਿ ਕਮਲ ਜੈਸਾ ਸੁੰਦਰ ਮੁਖੜਾ ਦ੍ਰੋਪਦੀ ਦਾ ਕੁਮਲਾਇਆ ਹੋਇਆ ਹੈ। ਨੈਣ ਸੈਨ ਦੀਨੀ ਸਮਝਾਈ। ਆਪਣੀਆਂ ਅੱਖਾਂ ਦੇ ਇਸ਼ਾਰੇ ਨਾਲ ਇਹਨੇ ਦ੍ਰੋਪਦੀ ਨੂੰ ਸਾਰੀ ਗੱਲ ਸਮਝਾ ਦਿੱਤੀ। ਮੈਂ ਆਵਾਂ ਤਬ ਕਰੋ ਸਹਾਈ। ਕਹਿਣ ਲੱਗਾ, ਅੱਖ ਨਾਲ ਇਸ਼ਾਰਾ ਕਰਕੇ ਹੀ ਸਮਝਾ ਦਿੱਤਾ ਵੀ ਮੈਂ ਆਵਾਂਗਾ, ਤੇਰੀ ਸਹਾਇਤਾ ਕਰਾਂਗਾ, ਤੂੰ ਧੀਰਜ ਰੱਖ, ਹੌਸਲਾ ਰੱਖ, ਏਦਾਂ ਮਨ ਨੂੰ ਡਾਵਾਂ ਡੋਲ ਨਾ ਕਰ। ਕੁਛ ਕ ਦ੍ਰੋਪਦੀ ਧੀਰਜ ਧਰਿਓ। ਭੀਮ ਵੱਲ ਵੇਖ ਕੇ ਦ੍ਰੋਪਦੀ ਦੇ ਮਨ ਨੂੰ ਥੋੜਾ ਜਿਹਾ ਸਕੂਨ ਮਿਲ ਗਿਆ, ਧੀਰਜ ਮਿਲ ਗਿਆ। ਬਹਿਤ ਨਦੀ ਜਨ ਹਾਥ ਪਕੜਿਓ। ਮਾਨੋ ਚਿੰਤਾ ਦੀ ਨਦੀ 'ਚ ਵਗਦੀ ਦਾ ਕਿਸੇ ਨੇ ਹੱਥ ਫੜ ਕੇ ਉਹਨੂੰ ਰੁੜਦੀ ਨੂੰ ਰੋਕ ਲਿਆ ਹੋਵੇ।
ਏਦਾਂ ਦ੍ਰੋਪਦੀ ਨੂੰ ਧੀਰਜ ਮਿਲਿਆ, ਏਦਾਂ ਹੌਸਲਾ ਮਿਲਿਆ। ਚਿਤਾ ਹੁਤੀ ਜੈ ਗਮਨੇ ਸਭ ਜਿੱਥੇ ਹੀ ਚਿਤਾ ਸੀ ਨਾ ਕ੍ਰੀਚਕ ਦੀ, ਉੱਥੇ ਗਏ ਸਾਰੇ। ਵੱਡੋ ਬ੍ਰਿੰਦ ਭਾ ਲੋਕਨ ਤਬ ਹੀ ਕਹਿੰਦੇ ਉੱਥੇ ਆ ਕਰਕੇ ਇਹਨਾਂ ਨੇ ਵੇਖਿਆ। ਭੀਮ ਸੈਨ ਕਰ ਵੇਖ ਕੁਡਾਲੀ ਇਧਰ ਭੀਮ ਨੇ ਨਾ ਆਪਣਾ ਰੂਪ ਜਿਵੇਂ ਕਿਸੇ ਰਾਖਸ਼ ਦਾ ਹੁੰਦਾ, ਵਾਲ ਖਿਲਾਰ ਲਏ ਤੇ ਚਿਹਰੇ ਦੇ ਉੱਤੇ ਮਿੱਟੀ ਆਦਿਕ ਮਲ ਲਈ, ਸਰੀਰ ਸਾਰੇ ਤੇ ਮਿੱਟੀ ਆਦਿਕ ਮਲ ਕੇ ਵਿਕਰਾਲ ਜਿਹਾ ਰੂਪ ਜਿਵੇਂ ਜਿਹਾ ਹੁੰਦਾ ਵੀ ਪਹਿਚਾਣ ਚ ਨਾ ਆਵੇ ਵੀ ਇਹ ਰਸੋਈਆ ਹੈ, ਇਦਾਂ ਦਾ ਵਿਕਰਾਲ ਜਿਹਾ ਰੂਪ ਜਿਹੜਾ ਸੀ ਉਹ ਭੀਮ ਨੇ ਬਣਾ ਲਿਆ। ਹਾਂਦਿਓ ਕੋਟ ਮਾਰ ਕਰ ਛਾਲੀ ਇਹ ਕਿਲੇ ਦੀ ਕੰਧ ਤੋਂ ਛਾਲ ਮਾਰ ਕੇ ਦੂਰ ਤੱਕ ਚਲਾ ਗਿਆ। ਗਇਓ ਵਿਸਾਲ ਉਜਾਰ ਮਝਾਰਾ ਜਿੱਧਰ ਕ੍ਰੀਚਕ ਦੀ ਲਾਸ਼ ਦਾ ਇਹਨਾਂ ਨੇ ਦਹਨ ਕਰਨਾ ਸੀ, ਉਸੇ ਪਾਸੇ ਜੰਗਲ ਦੇ ਪਰਲੇ ਪਾਸਿਓਂ ਦੀ ਹੋ ਕੇ, ਜਿੱਧਰ ਕੋਈ ਨਹੀਂ ਸੀ, ਇਕਾਂਤ ਵਿੱਚ ਜੰਗਲ ਵਿੱਚ ਉਜਾੜ 'ਚ ਚਲਾ ਗਿਆ। ਸ਼ੁਸ਼ਕ ਬਿਰਖ ਇੱਕ ਹੱਥ ਉਖਾਰਾ ਉੱਥੇ ਇੱਕ ਸੁੱਕਾ ਦਰਖਤ ਸੀ। ਉਹ ਸੁੱਕਾ ਦਰਖਤ, ਹੁਣ ਭੀਮ ਬਲੀ ਤਾਂ ਬਹੁਤ ਸੀ, ਉਹ ਸੁੱਕਾ ਦਰਖਤ ਭੀਮ ਨੇ ਜੜੋਂ ਪੁੱਟ ਲਿਆ ਕ੍ਰੋਧ ਧਾਰ ਕਰ ਮੁਰਿਓ ਬਹੋਰੀ ਔਰ ਬੜੇ ਗੁੱਸੇ 'ਚ ਖੂੰਖਾਰ ਹੋਇਆ, ਵਾਪਸ ਮੁੜਿਆ। ਦਰਖਤ ਚੁੱਕਿਆ, ਮੋਢੇ ਤੇ ਧਰਿਆ ਹੋਇਆ। ਆਇਓ ਤੁਰਤ ਹੁਤੇ ਜਿਹੇ ਠੌਰੀ ਜਿੱਥੇ ਕ੍ਰੀਚਕ ਦੇ ਭਰਾ ਕ੍ਰੀਚਕ ਦੀ ਲਾਸ਼ ਨੂੰ ਸਾੜ ਰਹੇ ਸੀ, ਉੱਥੇ ਆ ਗਿਆ। ਦਾਰੁਨ ਵੇਖ ਅਰਿਨ ਕੋ ਮਾਰਨ ਔਰ ਜਦੋਂ ਕ੍ਰੀਚਕ ਦੇ ਭਰਾਵਾਂ ਨੇ ਵੇਖਿਆ ਤੇ ਇਹ ਕੌਣ ਹੈ, ਕਹਿਣ ਲੱਗੇ ਉਹੀ ਆ ਜਿਹਨੇ ਕ੍ਰੀਚਕ ਨੂੰ ਮਾਰਿਆ ਹੈ, ਉਹੀ ਗੰਧਰਵ ਹੈ ਜਿਹੜਾ ਇਸ ਦਾਸੀ ਦੀ ਰੱਖਿਆ ਕਰਦਾ ਹੈ। ਇਹ ਰੌਲਾ ਪਿਆ ਤੇ ਉਸ ਵੇਲੇ ਕ੍ਰੀਚਕ ਦੇ ਭਰਾ ਇਹਦੇ ਨਾਲ ਲੜਨ ਵਾਸਤੇ ਅੱਗੇ ਆਏ। ਪੰਚਾਲੀ ਕੇ ਪ੍ਰਾਨ ਉਬਾਰਨ ਉਹਨੇ ਆਪਣੇ ਵੈਰੀਆਂ ਨੂੰ ਮਾਰਨ ਵਾਸਤੇ ਭਿਆਨਕ ਰੂਪ ਬਣਾਇਆ ਹੈ ਭੀਮ ਨੇ, ਪੰਚਾਲੀ ਦੀ ਰੱਖਿਆ ਕਰਨ ਵਾਸਤੇ। ਜਾਏ ਸਮੀਪੰ ਦੀਨ ਦਿਖਾਈ ਕ੍ਰੀਚਕ ਦੇ ਭਰਾਵਾਂ ਨੂੰ ਜਾ ਦਰਸ਼ਨ ਦਿੱਤੇ ਭੀਮ ਨੇ ਵਿਕਰਾਲ ਰੂਪ ਵਿੱਚ। ਦ੍ਰੁਪਦੀ ਉੱਚੀ ਗਿਰਾ ਅਲਾਈ ਭੀਮ ਨੂੰ ਹੁਣ ਪਹਿਚਾਣਦੀ ਆ ਦ੍ਰੋਪਦੀ, ਉੱਚੀ ਆਵਾਜ਼ ਵਿੱਚ ਬੋਲੀ। ਗੰਧਰਵ ਜੋ ਮੇਰੋ ਰਖਵਾਰੀ ਕਹਿੰਦੀ ਉਹ ਵੇਖੋ ਲੋਕੋ, ਵੇਖੋ ਜਿਹੜਾ ਗੰਧਰਵ ਮੇਰੀ ਰੱਖਿਆ ਕਰਦਾ ਹੈ, ਜਿਹੜਾ ਗੰਧਰਵ ਮੇਰੀ ਰਖਵਾਲੀ ਕਰਦਾ, ਪੰਜਾਂ ਚੋਂ ਇੱਕ ਗੰਧਰਵ ਉਹ ਵੇਖੋ ਆਉਂਦਾ ਹੈ। ਸੋ ਆਇਓ ਤੁਮ ਲਿਹੋ ਨਿਹਾਰੀ ਉਹ ਗੰਧਰਵ ਆ ਗਿਆ ਹੈ। ਵੇਖੋ ਤੁਸੀਂ ਸਾਰੇ ਪੁੱਛਦੇ ਸੀ ਨਾ ਵੀ ਕਿਹੜੇ ਗੰਧਰਵ ਨੇ ਤੇਰੀ ਰੱਖਿਆ ਕਰਦੇ, ਉਹਨਾਂ ਪੰਜਾਂ ਚੋਂ ਆ ਵੇਖੋ ਇੱਕ ਆਉਂਦਾ ਹੈ, ਇਹ ਗੰਧਰਵ ਹੈ, ਇਹਨੇ ਮੇਰੀ ਰੱਖਿਆ ਕੀਤੀ ਆ, ਅੱਜ ਵੀ ਕਰੇਗਾ। ਭਾਜ ਜਾਹੋ ਮੁਝ ਕੋ ਦੇਹੋ ਛੋਰੀ ਹਾਲੇ ਵੀ ਜਿਨ੍ਹਾਂ ਨੂੰ ਆਪਣੀ ਜਾਨ ਪਿਆਰੀ ਆ ਉਹ ਇੱਥੋਂ ਭੱਜ ਜਾਣ, ਨਹੀਂ ਤਾਂ ਕ੍ਰੀਚਕ ਵਰਗੀ ਹਾਲਤ ਹੋਵੇਗੀ ਉਹਨਾਂ ਦੀ ਵੀ। ਇਹ ਉਹੀ ਆ ਜਿਹਨੇ ਕ੍ਰੀਚਕ ਨੂੰ ਮਾਰਿਆ ਹੈ, ਤੇ ਜਿਹੜੇ ਕ੍ਰੀਚਕ ਦੇ ਨਾਲ ਹੀ ਜਾਣਾ ਚਾਹੁੰਦੇ ਉਹ ਤਾਂ ਰਹਿਣ ਇੱਥੇ ਖਲੋਤੇ, ਤੇ ਜਿਹੜੇ ਆਪਣੀ ਜਾਨ ਪਿਆਰੀ ਕਰਦੇ ਨੇ ਉਹ ਇੱਥੋਂ ਭੱਜ ਜਾਣ, ਨੱਠ ਜਾਣ। ਨਾ ਤੁਰਹਨੈ ਸਬਿਨ ਇਹ ਠੌਰੀ ਨਹੀਂ ਤਾਂ ਫਿਰ ਨਾ ਆਖਿਓ ਇਹਨੇ ਸਾਰਿਆਂ ਨੂੰ ਇੱਥੇ ਮਾਰ ਧਰਨਾ, ਇੱਕ ਨੂੰ ਮਾਰਨ ਆਇਓ 100 ਲਾਸ਼ਾਂ ਦਾ ਇੱਥੇ ਸੰਸਕਾਰ ਹੋਵੇਗਾ। ਸੁਨ ਬਾਨੀ ਕੋ ਦੇਖਣ ਲਾਗੇ ਜਦੋਂ ਦ੍ਰੋਪਦੀ ਉੱਚੀ ਉੱਚੀ ਬੋਲੀ ਤੇ ਉਧਰੋਂ ਭੀਮ ਦੌੜਿਆ ਆਉਂਦਾ ਸੀ, ਵਿਕਰਾਲ ਰੂਪ, ਮੋਢੇ ਤੇ ਵੱਡਾ ਜਿਹਾ ਦਰਖਤ ਰੱਖਿਆ ਹੋਇਆ ਸੁੱਕਾ ਤੇ ਬਹੁਤ ਧੂਸਰ ਜਿਹਾ ਰੰਗ ਬਣਾਇਆ ਹੋਇਆ। ਉਧਰ ਵੇਖਣ ਲੱਗੇ ਸਾਰੇ। ਦਾਰੁਨ ਵੇਖ ਲਖਿਓ ਸਭ ਭਾਗੇ ਸਭ ਜਿਹੜੇ ਆਮ ਲੋਕ ਉੱਥੇ ਖੜੇ ਸੀ ਉਹਨਾਂ ਨੇ ਵੇਖਿਆ ਨਾ ਜਦੋਂ ਭਿਆਨਕ ਜਿਹਾ ਰੂਪ, ਜਿਹੜੀ ਆਮ ਪਬਲਿਕ ਸੀ ਉਹ ਤਾਂ ਉੱਥੋਂ ਹੀ ਨੱਠ ਗਏ, ਇਸਤਰੀਆਂ ਵੀ ਦੌੜ ਗਈਆਂ। ਕੋਨੇ ਕਾਹੂ ਸੰਗ ਬੁਲਾਏ ਕਿਸੇ ਨੇ ਆਪਣੇ ਨਾਲ ਨਹੀਂ ਕਿਸੇ ਨੂੰ ਰਲਾਇਆ, ਕਹਿੰਦੇ ਭੱਜ ਚੱਲੋ, ਨੱਠ ਚੱਲੋ, ਜੋ ਕ੍ਰੀਚਕ ਦੀ ਦਸ਼ਾ ਇਹੋ ਜੀ ਹੋ ਜਾਣੀ ਹੈ। ਨੱਠ ਗਏ ਲੋਕ ਜਿੰਨੇ ਵੀ ਸਨ ਉੱਥੇ, ਨਗਰ ਦੇ ਰਾਜੇ ਵਿਰਾਟ ਦੇ ਸਮੇਤ। ਚਾਹਤੇ ਆਪਣੇ ਪ੍ਰਾਨ ਬਚਾਏ ਕਹਿੰਦੇ ਚਲੋ ਭੱਜ ਚਲੋ, ਆਪਣੇ ਪ੍ਰਾਣ ਬਚਾਓ, ਕਿਉਂ ਨਾਹਕ ਬਿਨਾਂ ਆਈ ਮਰਦੇ ਹੋ। ਆਇਓ ਭੀਮ ਸੈਨ ਰਿਸ ਪਹਾਰੀ ਉਧਰ ਭੀਮ ਸੈਨ ਉੱਚੀ ਉੱਚੀ ਆਵਾਜ਼ ਵਿੱਚ ਦਹਾੜਦਾ ਤੇ ਦਰਖਤ ਲੈ ਕੇ ਪਿੱਛੇ ਪਿੱਛੇ ਦੌੜਦਾ। ਘੇਰੇ ਸਭ ਹੀ ਜਾਏ ਅਗਾਰੀ ਜਿਹੜੇ ਅੱਗੋਂ ਜਾ ਕੇ ਉਹਨੇ ਘੇਰ ਲੈ ਕਈ। ਸਹਿਸ ਭਰਾਤ ਕੁਛ ਭਟਨ ਸਮੇਤਾ ਉਧਰੋਂ ਬਾਕੀ ਤਾਂ ਲੋਕ ਦੌੜ ਗਏ, ਜਿਹੜਾ 100 ਭਰਾ ਸੀ ਕ੍ਰੀਚਕ ਦਾ, ਸਿਪਾਹੀਆਂ ਸਮੇਤ, ਕੁਝ ਕੁ ਸਿਪਾਹੀ ਉਹਨਾਂ ਦੇ ਨਾਲ ਸਨ। ਤਬ ਸਨਮੁਖ ਆਏ ਰਣ ਹੇਤਾ ਉਹ ਕਹਿੰਦੇ ਅਸੀਂ ਤਾਂ ਲੜਾਂਗੇ।
ਉਹ ਲੜਨ ਵਾਸਤੇ ਆ ਗਏ, ਭੀਮ ਦੇ ਸਾਹਮਣੇ ਖਲੋ ਗਏ ਲੜਨ ਲਈ। ਹਥਿਆਰਨ ਕੇ ਕਰਹਿ ਪ੍ਰਹਾਰਾ, ਹਥਿਆਰਾਂ ਦੇ ਵਾਰ ਕਰਦੇ ਹਨ। ਮਾਰੋ ਮਾਰੋ ਸਭਿਨ ਪੁਕਾਰਾ, ਸਭ ਕਹਿੰਦੇ ਮਾਰੋ ਮਾਰੋ, ਇਸ ਗੰਧਰਵ ਨੂੰ ਜਾਣ ਨਹੀਂ ਦੇਣਾ ਜਿਉਂਦਾ। ਸਿਓ ਵਿਸ਼ਾਲ ਲਾਲ ਕਰ ਨੈਣਾ, ਉਧਰੋਂ ਭੀਮ ਬੜੇ ਗੁੱਸੇ ਵਿੱਚ, ਅੱਖਾਂ ਲਾਲ ਸੁਰਖ ਨੇ। ਮਾਰ ਬਿਰਖ ਪਠਏ ਜਮ ਐਨਾ, ਉਹ ਜਿਹੜਾ ਦਰਖਤ ਰੱਖਿਆ ਉਹ ਦਰਖਤ ਨਾਲ ਹੀ ਮਾਰ ਕੇ ਜ਼ਮੀਨ 'ਚ ਗੱਡੀ ਜਾਂਦਾ ਬਾਕੀ ਕ੍ਰੀਚਕ ਦੇ ਭਰਾਵਾਂ ਨੂੰ। ਉਹਦੇ ਸਿਪਾਹੀਆਂ ਨੂੰ ਮਾਰ ਕੇ ਜ਼ਮੀਨ ਤੇ ਸੁੱਟੀ ਜਾਂਦਾ ਭੀਮ। ਕ੍ਰੀਚਕ ਭਰਾਤ ਸਰਬ ਤਹਿ ਮਾਰੇ, ਕ੍ਰੀਚਕ ਦੇ 100 ਦੇ 100 ਭਰਾ ਉਹ ਸਾਰੇ ਹੀ ਉੱਥੇ ਭੀਮ ਨੇ ਮਾਰ ਮੁਕਾਏ। ਕੁਚਕ ਸੁਭਟ ਕੋ ਦੀਨ ਸੰਘਾਰੇ, ਕੁਝ ਸਿਪਾਹੀ ਵੀ ਮਾਰੇ ਗਏ। ਬਹੁਰੋ ਗਇਓ ਉਜਾਰ ਮਝਾਰਾ, ਕਹਿੰਦੇ ਏਦਾਂ ਸਾਰਿਆਂ ਨੂੰ ਮਾਰ ਕੇ ਦ੍ਰੋਪਦੀ ਨੂੰ ਬਚਾ ਕੇ ਭੀਮ ਦੁਬਾਰਾ ਫਿਰ ਪਿੱਛੇ ਨੂੰ ਵਾਪਸ ਜੰਗਲ ਨੂੰ ਉਜਾੜ ਨੂੰ ਮੁੜ ਗਿਆ। ਆਪਨੋ ਬੇਖ ਸਰਬ ਤਨ ਧਾਰਾ, ਔਰ ਜਿਹੜਾ ਉਹਦਾ ਪਹਿਲਾ ਸਵਰੂਪ ਸੀ ਰਸੋਈਏ ਵਾਲਾ, ਮੁੜ ਕੇ ਉਹੀ ਧਾਰਨ ਕਰਕੇ ਮਹਿਲ ਵਿੱਚ ਵਾਪਸ ਆ ਗਿਆ। ਦਹਨ ਗਏ ਇੱਕ ਕ੍ਰੀਚਕ ਹੇਤਾ, ਗਏ ਤਾਂ ਇੱਕ ਕ੍ਰੀਚਕ ਨੂੰ ਸਾੜਨ ਵਾਸਤੇ ਸੀ, ਜਰਿਓ ਤਹਾਂ ਸ਼ਤ ਭਰਾਤ ਸਮੇਤਾ, ਤੇ ਕ੍ਰੀਚਕ ਆਪਣੇ 100 ਭਰਾਵਾਂ ਸਮੇਤ ਉੱਥੇ ਸੜ ਮੋਇਆ। ਪ੍ਰਕਾਰ ਇਹੋ ਤੋ ਪ੍ਰਸੰਗਾ, ਇਹ ਸੀ ਪ੍ਰਸੰਗ ਕਿ ਕਿਵੇਂ ਪਾਂਡਵਾਂ ਨੂੰ ਰੋਣਾ ਪਿਆ ਜਿਨ੍ਹਾਂ ਦੀ ਹਜ਼ੂਰੀ ਵਿੱਚ ਭਗਵਾਨ ਕ੍ਰਿਸ਼ਨ ਜੀ ਰਹਿੰਦੇ ਸਨ। ਸਰੋਤਾ ਸੁਨੋ ਹਿਰਦੈ ਸ ਉਮੰਗਾ, ਇਹ ਸਰੋਤਾ ਜਨੋ ਮਹਾਕਵੀ ਭਾਈ ਸੰਤੋਖ ਸਿੰਘ ਜੀ ਕਥਾ ਸੁਣਾ ਰਹੇ ਨੇ। ਕਹਿੰਦੇ ਇਹ ਸਰੋਤਾ ਜਨੋ ਮੰਗ ਸਾਹਿਤ ਕਥਾ ਸੁਣੋ, ਇਸ ਸ਼ਬਦ ਦੀ ਵਿਆਖਿਆ ਸੁਣੋ। ਤੇ ਸਮਰੱਥ ਸਰਬ ਬਿਦ ਜੋਈ, ਕਹਿੰਦੇ ਜਿਹੜੇ ਪਾਂਡਵ ਸਰਬ ਪ੍ਰਕਾਰ ਕਰਕੇ ਸਮਰੱਥ ਸੀ, ਬਲੀ ਸੀ, ਇਹੋ ਜੇ ਸਮਰੱਥ ਸਨ। ਕਏ ਕੂਚ ਕਰ ਰਹਿਓ ਨਾ ਕੋਈ, ਉਹ ਵੀ ਇਹ ਸੰਸਾਰ ਤੋਂ ਕੂਚ ਕਰ ਗਏ, ਸੰਸਾਰ ਵਿੱਚ ਥਿਰ ਨਹੀਂ ਰਹੇ। ਜਿਨ ਕੋ ਗਿਆਨ ਪਇਓ ਔਰ ਮਾਹੀ, ਮਹਾਰਾਜ ਜੀ ਦੇ ਬਚਨ ਨੇ ਜਿਨ੍ਹਾਂ ਦੇ ਹਿਰਦਿਆਂ 'ਚ ਗਿਆਨ ਹੈ, ਜਿਹੜੇ ਆਪਣੇ ਹਿਰਦੇ 'ਚ ਤਤਵ ਗਿਆਨ ਨੂੰ ਪ੍ਰਾਪਤ ਕਰ ਲੈਂਦੇ ਹਨ, ਸਦਾ ਸੁਖੀ ਤਿਨ ਕੋ ਦੁਖ ਨਾਹੀ, ਉਹ ਸਦਾ ਹੀ ਸੁਖੀ ਰਹਿੰਦੇ ਨੇ। ਉਹਨਾਂ ਨੂੰ ਕਦੇ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਵਿਆਪਦਾ। ਅੱਗੇ ਬਚਨ ਆਉਂਦਾ ਮਹਾਰਾਜ ਜੀ ਦਾ, ਰੋਵੈ ਜਨਮੇਜਾ ਖੋਏ ਗਿਆ। ਜਨਮੇਜਾ ਕਿਵੇਂ ਰੋਇਆ ਰਾਜੇ? ਜਨਮੇਜੇ ਦਾ ਪ੍ਰਸੰਗ ਆਉਂਦਾ ਹੈ, ਉਹ ਬਚਨ ਸੁਣਾਉਂਦੇ, ਉਹਦੀ ਵਿਆਖਿਆ ਕਰਦੇ ਅਗਲਾ ਅਧਿਆਇ ਆਰੰਭਦੇ ਹਨ। ਤੋਹਰਾ ਬ੍ਰਹਮ ਗਿਆਨ ਜਿਨ ਕੇ ਹਿਰਦੈ, ਜਾਣਿਓ ਸਹਿਜ ਸਰੂਪ। ਮਹਾਕਵੀ ਜੀ ਨਵਾਂ ਅਧਿਆਇ ਪਰ ਆਰੰਭ ਕਰਦੇ, ਇਸ ਕਰਕੇ ਮੰਗਲਾਚਰਨ ਕਰਦੇ ਨੇ। ਮਹਾਂਪੁਰਸ਼ਾਂ ਸੰਤਾਂ ਦਾ ਮੰਗਲ ਕਰਦੇ ਆ, ਜਿਹੜੇ ਗਿਆਨਵਾਨ ਗਿਆਨੀ ਨੇ ਉਹਨਾਂ ਦਾ ਮੰਗਲ ਕਰਦੇ ਹਨ। ਕਹਿੰਦੇ ਬ੍ਰਹਮ ਗਿਆਨ ਜਿਨ ਕੇ ਹਿਰਦੈ, ਜਿਨ੍ਹਾਂ ਦੇ ਹਿਰਦਿਆਂ 'ਚ ਬ੍ਰਹਮ ਦਾ ਗਿਆਨ ਹੈ, ਜਿਨ੍ਹਾਂ ਦੇ ਹਿਰਦਿਆਂ 'ਚ ਬ੍ਰਹਮ ਦਾ ਸਾਖਸ਼ਾਤਕਾਰ ਹੈ, ਐਸੇ ਜਿਹੜੇ ਬ੍ਰਹਮ ਗਿਆਨੀ ਨੇ, ਜਾਣਿਓ ਸਹਿਜ ਸਰੂਪ, ਜਿਨ੍ਹਾਂ ਨੇ ਆਪਣੇ ਸਹਿਜ ਸਵਰੂਪ ਨੂੰ ਜਾਣ ਲਿਆ ਹੈ ਕਿ ਸਾਡਾ ਸਵਰੂਪ ਕੀ ਹੈ। ਆਪਣੇ ਨਿਜ ਸਵਰੂਪ ਨੂੰ ਜਿਨ੍ਹਾਂ ਮਹਾਂਪੁਰਸ਼ਾਂ ਨੇ ਜਾਣ ਲਿਆ, ਜਿਨ੍ਹਾਂ ਬ੍ਰਹਮ ਗਿਆਨੀਆਂ ਦੇ ਹਿਰਦਿਆਂ 'ਚ ਬ੍ਰਹਮ ਦਾ ਸਾਖਸ਼ਾਤਕਾਰ ਹੋ ਗਿਆ, ਐਸੇ ਸਹਿਜ ਸਰੂਪ 'ਚ ਟਿਕੇ ਹੋਏ ਮਹਾਂਪੁਰਸ਼ ਬ੍ਰਹਮ ਗਿਆਨੀ, ਧੰਨ ਬਾਬਾ ਬੁੱਢਾ ਸਾਹਿਬ ਜੀ ਜੈਸੇ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਜੈਸੇ, ਭਾਈ ਸਾਹਿਬ ਭਾਈ ਸਾਲੂ ਜੀ, ਭਾਈ ਭਗਤੂ ਜੀ ਜੈਸੇ ਮਹਾਂਪੁਰਸ਼, ਭਾਈ ਸਾਹਿਬ ਭਾਈ ਦਇਆ ਸਿੰਘ ਸਾਹਿਬ ਜੈਸੇ ਮਹਾਤਮਾ, ਭਾਈ ਧਰਮ ਸਿੰਘ ਜੀ ਜੈਸੇ, ਮਾਨ ਸਿੰਘ ਜੀ ਜੈਸੇ, ਭਾਈ ਸਾਹਿਬ ਭਾਈ ਕਨਈਆ ਸਾਹਿਬ ਜੀ ਵਰਗੀਆਂ ਮਹਾਨ ਗੁਰਮੁਖ ਰੂਹਾਂ, ਐਸੇ ਜਿਹੜੇ ਬ੍ਰਹਮ ਗਿਆਨੀ ਹਨ, ਤਿਨ ਕੇ ਪਦ ਪਰ ਬੰਦਨਾ, ਉਚਰੋ ਕਥਾ ਅਨੂਪ। ਉਹਨਾਂ ਸਮੂਹ ਬ੍ਰਹਮ ਗਿਆਨੀਆਂ ਦੇ ਚਰਨਾਂ ਤੇ ਬੰਦਨਾ ਕਰਕੇ, ਨਮਸਕਾਰ ਕਰਕੇ ਮਹਾਕਵੀ ਜੀ ਕਹਿੰਦੇ ਮੈਂ ਸਤਿਗੁਰਾਂ ਦੀ ਇੱਕ ਕਲਿਆਣਕਾਰੀ ਕਥਾ ਸੁਣਾਉਂਦਾ ਹਾਂ। ਉਹਨਾਂ ਸਮੂਹ ਬ੍ਰਹਮ ਗਿਆਨੀਆਂ ਦੇ ਚਰਨਾਂ ਵਿੱਚ ਵੰਦਨਾ ਕਰਕੇ, ਨਮਸਕਾਰ ਕਰਕੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤਾਈਂ ਕਿਤਨੇ ਮਹਾਂਪੁਰਸ਼ ਹੋਏ, ਸਤਿਗੁਰਾਂ ਦੇ ਪੰਥ ਵਿੱਚ ਕਿਤਨੇ ਬ੍ਰਹਮ ਗਿਆਨੀ ਮਹਾਤਮਾ ਹੋਏ। ਬਾਬਾ ਵੀਰ ਸਿੰਘ ਜੀ ਜੈਸੇ ਨੌਰੰਗਾਬਾਦ ਵਾਲੇ ਮਹਾਂਪੁਰਸ਼, ਬਾਬਾ ਮਹਾਰਾਜ ਸਿੰਘ ਜੀ ਜੈਸੇ ਆਤਮ ਗਿਆਨੀ ਮਹਾਂਪੁਰਸ਼, ਕਿਤਨੇ ਬ੍ਰਹਮ ਗਿਆਨੀ ਖਾਲਸਾ ਜੀ, ਅੰਤੀ ਕੋਈ ਨਹੀਂ, ਗਿਣਤੀ ਕੋਈ ਨਹੀਂ। ਗੁਰੂ ਅਮਰਦਾਸ ਸਾਹਿਬ ਦੇ ਸਮੇਂ ਇੱਕੋ ਨਗਰ ਡੱਲੇ ਪਿੰਡ 'ਚ 72 ਬ੍ਰਹਮ ਗਿਆਨੀ ਰਹਿੰਦੇ ਆ, 72। ਭਾਈ ਸਾਹਿਬ ਭਾਈ ਪਾਰੋ ਜੀ ਜੈਸੇ ਮਹਾਂਪੁਰਸ਼,
ਜਦੋਂ ਉਹਨਾਂ ਮਹਾਂਪੁਰਸ਼ਾਂ ਦਾ ਨਾਂ ਲਈਏ ਰਸਨਾ ਪਵਿੱਤਰ ਹੁੰਦੀ ਐ। ਐਸੇ ਬ੍ਰਹਮ ਗਿਆਨੀ ਮਹਾਕਵੀ ਜੀ ਕਹਿੰਦੇ ਉਹਨਾਂ ਸਾਰਿਆਂ ਨੂੰ ਮੇਰੀ ਵੰਦਨਾ ਹੈ, ਉਹਨਾਂ ਸਾਰਿਆਂ ਨੂੰ ਮੇਰੀ ਨਮਸਕਾਰ ਹੈ। ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼ ਆਤਮ ਗਿਆਨੀ ਬ੍ਰਹਮ ਗਿਆਨੀ ਮਹਾਂਪੁਰਸ਼ ਹਨ। ਸੰਤ ਅਤਰ ਸਿੰਘ ਜੀ ਜੈਸੇ ਮਹਾਤਮਾ, ਸੰਤ ਗਿਆਨੀ ਗੁਰਬਚਨ ਸਿੰਘ ਜੀ ਜੈਸੇ ਆਤਮ ਗਿਆਨੀ ਬ੍ਰਹਮ ਗਿਆਨੀ ਮਹਾਂਪੁਰਸ਼ ਕਿਤਨੇ ਹੀ ਹਨ ਗੁਰੂ ਖਾਲਸਾ ਜੀ। ਅੱਜ ਕਹਿੰਦੇ ਕੋਈ ਸੰਤ ਨਹੀਂ ਹੁੰਦਾ, ਕੋਈ ਮਹਾਤਮਾ ਨਹੀਂ ਹੁੰਦਾ, ਨਹੀਂ ਹੁੰਦਾ। ਨਾਸਤਕਾਂ ਵਾਸਤੇ ਨਾ ਪਹਿਲਾਂ ਕਦੇ ਕੋਈ ਸੰਤ ਸੀ, ਨਸ਼ਰਦਕ ਲੋਕਾਂ ਵਾਸਤੇ ਅੱਜ ਵੀ ਕੋਈ ਸੰਤ ਨਹੀਂ, ਤੇ ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਵਾਸਤੇ ਕੋਈ ਸੰਤ ਨਹੀਂ ਹੋਣਾ। ਕਿਉਂਕਿ ਅੰਨੇ ਬੰਦੇ ਵਾਸਤੇ ਕਦੇ ਸੂਰਜ ਚੜ੍ਹਿਆ ਹੀ ਨਹੀਂ ਹੈ, ਨਾ ਪਹਿਲਾਂ ਨਾ ਹੁਣ ਨਾ ਅੱਗੇ ਚੜ੍ਹਨਾ। ਉੱਲੂਆਂ ਵਾਸਤੇ ਤਾਂ ਨਹੀਂ ਕਦੇ ਸੂਰਜ ਚੜ੍ਹਦਾ, ਉਹਨਾਂ ਵਾਸਤੇ ਤਾਂ ਜਦੋਂ ਸੂਰਜ ਚੜ੍ਹਦਾ ਹਨੇਰਾ ਪੈ ਜਾਂਦਾ, ਉਹਨਾਂ ਨੂੰ ਦਿਸਦਾ ਹੀ ਨਹੀਂ ਹੈ ਚਾਨਣਾ। ਇਸ ਕਰਕੇ ਨਹੀਂ ਮਿਲਿਆ ਜਿਨ੍ਹਾਂ ਨੂੰ ਕੋਈ ਉਹ ਏਦਾਂ ਗੱਲਾਂ ਕਰਦੇ ਕਰੀ ਜਾਣ ਭਾਈ। ਜਿਨ੍ਹਾਂ ਨੂੰ ਮਿਲੇ ਆ ਉਹ ਕਹਿੰਦੇ ਆ ਉਹਨਾਂ ਮਹਾਂਪੁਰਸ਼ਾਂ ਨੂੰ, ਉਹਨਾਂ ਬ੍ਰਹਮ ਗਿਆਨੀਆਂ ਨੂੰ। ਗਿਆਨੀ ਸੰਤ ਸਿੰਘ ਜੀ ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਨ, ਜਿਨ੍ਹਾਂ ਕੋਲੋਂ ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਵਿੱਦਿਆ ਲਈ ਹੈ, ਜਿਨ੍ਹਾਂ ਨੇ ਸੋਨੇ ਦੀ ਸੇਵਾ ਕਰਵਾਈ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ। ਐਸੇ ਮਹਾਂਪੁਰਸ਼ ਗਿਆਨੀ ਸੰਤ ਸਿੰਘ ਜੀ ਜੈਸੇ ਕਿ ਉਹ ਬ੍ਰਹਮ ਗਿਆਨੀ ਨਹੀਂ। 70 ਸਾਲ ਜਿਨ੍ਹਾਂ ਨੇ ਸਰੰਦਾ ਲੈ ਕੇ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿੱਚ ਬਾਬਾ ਸ਼ਾਮ ਸਿੰਘ ਜੀ ਜੈਸੇ ਕੀਰਤਨੀਆਂ ਕੀਰਤਨ ਕੀਤਾ ਕਿ ਉਹ ਬ੍ਰਹਮ ਗਿਆਨੀ ਨਹੀਂ। ਬਿਨਾਂ ਨਾਗਾ ਨਿਸ਼ਕਾਮ ਸੇਵਾ ਬਾਬਾ ਸ਼ਾਮ ਸਿੰਘ ਸਾਹਿਬ ਜੀ ਨੇ ਕੀਤੀ ਹੈ। कैसे कैसे महापुरुष बाबा हीरा सिंह जी जैसे गुरु के कीर्तनीए ये आत्म ज्ञानी ब्रह्म ज्ञानी हैं। उन्हां सारियां दे चरणां ते वंदना है, समूह दे चरणां ते नमस्कार है। कबीर जी, रविदास जी, सदना जी, सैन जी, रामानंद जी, पीपा जी, ये सारे महापुरुष ब्रह्म ज्ञानी हैं। भट्ट नल जी, मथुरा जी, ये भट्ट गुरु साहब जी दे गुरु खालसा जी ब्रह्म ज्ञानी हैं। समूह दे चरणां च बाबा सुंदर जी दे चरणां ते जिन्हां दी बाणी गुरु ग्रंथ साहिब विच सतगुरां ने दर्ज कीती है। बाबा सत्ता जी ते बाबा बलवंड जी जैसे महापुरुष, इन्हां सारियां नूं नमस्कार है। और इन्हां सारियां दे चरणां ते नमस्कार करके मैं गुरु नानक साहब दी कथा कहिंदा हां। ऐसी कथा जो अनूप है, उपमा तो रहत है। श्री बाला संदूर वाच चौपई श्री अंगद सुन अगल प्रसंगा। गुरु अंगद साहब दे चरणां 'ਚ कथा हो रही है, भाई बाला जी सुना रहे ने। गुरु कहन लग पुन तेह संगा। कहंदे उस वक्त ਜਦੋਂ ਇਹ ਕਥਾ ਕਹੀ ਜਾ ਰਹੀ ਸੀ, ਪਾਂਡਵਾਂ ਦੇ ਪ੍ਰਸੰਗ ਕਹੇ ਜਾ ਰਹੇ ਸਨ। ਜਨਮੇਜੇ ਕੀ ਸੁਨੋ ਕਹਾਣੀ। ਉਹਦੇ ਵਿੱਚ ਫਿਰ ਜਨਮੇਜੇ ਦੀ ਕਥਾ ਸੁਣੋ ਕਿ ਜਨਮੇਜੇ ਦਾ ਪ੍ਰਸੰਗ ਜਿਹੜਾ ਆਉਂਦਾ ਵੀ ਰੋਵੇ ਜਨਮੇਜਾ, ਜਨਮੇਜਾ ਕਿਵੇਂ ਰੋਇਆ, ਰੁਦਨ ਕੀਤਾ, ਇਹਨੂੰ ਕਿਵੇਂ ਦੁੱਖ ਭੋਗਣਾ ਪਿਆ, ਉਹ ਵੀ ਸੁਣੋ ਉਹਦੀ ਕਹਾਣੀ। ਜਿਉਂ ਦੁੱਖ ਪਾਇਓ ਤੇ ਸਭ ਜਾਣੀ। ਜਿਵੇਂ ਜਨਮੇਜੇ ਨੂੰ ਦੁੱਖ ਪ੍ਰਾਪਤ ਹੋਇਆ ਤੇ ਸਾਰੇ ਜਗਤ ਵਿੱਚ ਜਾਣਿਆ ਗਿਆ। ਵੇਦ ਵਿਆਸ ਇੱਕ ਬਾਸੁਰ ਮਾਹੀ। ਰਾਜਾ ਜਨਮੇਜਾ ਦੇ ਮੱਤੀ ਬਰਜ ਵਿਆਸ ਪੜਾਇਆ। ਤਿੰਨ ਕਰ ਜਗ 18 ਘਾਏ, ਕਿਰਤ ਨਾ ਚਲੇ ਚਲਾਇਆ। ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ ਕਿ ਜਨਮੇਜੇ ਨੂੰ ਕਿਵੇਂ ਵੇਦ ਵਿਆਸ ਜੀ ਨੇ ਇਹ ਪ੍ਰਸੰਗ ਇਹ ਦੋ ਪੰਕਤੀਆਂ ਵਿੱਚ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ। ਪ੍ਰਭਾਤੀ ਰਾਗ ਦੇ ਵਿੱਚ ਇਹ ਪਾਵਨ ਬਚਨ ਆਉਂਦੇ ਹਨ। ਇਹਦੀ ਵਿਆਖਿਆ ਹੁਣ ਅੱਗੇ ਮਹਾਕਵੀ ਜੀ ਕਰ ਰਹੇ ਨੇ। ਕਹਿੰਦੇ ਜਨਮੇਜੇ ਦਾ ਪ੍ਰਸੰਗ ਸੁਣੋ। ਵੇਦ ਵਿਆਸ ਇੱਕ ਬਾਸੁਰ ਮਾਹੀ। ਵੇਦ ਵਿਆਸ ਜੀ ਬੜੇ ਪ੍ਰਸਿੱਧ ਵਿਦਵਾਨ ਹਨ। ਵੇਦਾਂ ਦਾ ਜਿਨ੍ਹਾਂ ਨੇ ਵਿਆਸ ਕੀਤਾ, ਬ੍ਰਹਮ ਸੂਤਰ ਲਿਖੇ ਹਨ, ਵੇਦਾਂ ਦਾ ਵਿਸਥਾਰ ਕੀਤਾ ਹੈ। ਵੇਦਾਂ ਦਾ ਜਿਨ੍ਹਾਂ ਨੇ ਵਿਸਥਾਰ ਕੀਤਾ ਉਹ ਵੇਦ ਵਿਆਸ ਹਨ। ਤੋ ਵੇਦ ਵਿਆਸ ਜੀ ਇੱਕ ਦਿਨ ਦਾ ਬਚਨ ਹੈ। ਬੈਠਿਓ ਹੋ ਤੋ ਨਿਰਪਤ ਕੇ ਪਾਹੀ। ਇੱਕ ਦਿਨ ਉਹ ਰਾਜੇ ਜਨਮੇਜੇ ਦੀ ਸਭਾ 'ਚ ਬੈਠੇ ਸੀ। ਵੇਦ ਵਿਆਸ ਜੀ ਵਿਦਵਾਨ ਸਨ, ਆਤਮ ਗਿਆਨੀ ਸਨ ਤੇ ਭੂਤਕਾਲ ਭਵਿੱਖ ਦੇ ਗਿਆਤਾ ਵੀ ਸਨ, ਆਤਮ ਗਿਆਨੀ ਜੋ ਸਨ।
ਤੋ ਰਾਜੇ ਜਨਮੇਜੇ ਦੀ ਸਭਾ ਦੇ ਵਿੱਚ ਉਹ ਬੈਠੇ ਹੋਏ ਸੀ। अपने पितरन की दुख गाथा। ਹੁਣ ਜਿਹੜੇ ਪਾਂਡਵ ਸੀ ਇਹ ਜਨਮੇਜੇ ਦੇ ਵਡੇਰੇ ਸੀ। ਰਾਜਾ ਜਨਮੇਜਾ ਪਾਂਡਵਾਂ ਦੀ ਵੰਸ਼ ਵਿੱਚੋਂ ਹੀ ਸੀ। ਇਹਦੇ ਵਡੇਰੇ ਸਨ ਪਾਂਡਵ, ਤੇ ਪਾਂਡਵਾਂ ਦਾ ਪ੍ਰਸੰਗ ਸੁਣ ਰਿਹਾ ਸੀ ਵੇਦ ਵਿਆਸ ਜੀ ਨੇ, ਕਿਉਂਕਿ ਮਹਾਭਾਰਤ ਲਿਖੀ ਹੈ। ਉਹ ਸਾਰੀ ਮਹਾਭਾਰਤ ਦੇ ਪ੍ਰਸੰਗ ਜਿਹੜੇ ਸੀ ਉਹ ਰਾਜਾ ਜਨਮੇਜਾ ਸੁਣ ਰਿਹਾ ਸੀ। ਆਪਣੇ ਪੂਰਵਜਾਂ ਦੀ ਕਥਾ, ਆਪਣੇ ਵਡੇਰਿਆਂ ਦੀ ਕਥਾ ਸੁਣ ਰਿਹਾ ਸੀ, ਤੇ ਵੇਦ ਵਿਆਸ ਜੀ ਕਥਾ ਸੁਣਾ ਰਹੇ ਸਨ। ਬੂਝਨ ਲਗਾ ਤਾਹੇ ਕੇ ਸਾਥਾ। ਪਾਂਡਵ ਕਿਵੇਂ ਦੁਖੀ ਹੋਏ, ਕਿਵੇਂ ਉਹਨਾਂ ਨੂੰ ਵਿਰਾਟ ਦੀ ਸਭਾ 'ਚ ਦੁਖੀ ਹੋਣਾ ਪਿਆ, ਕਿਵੇਂ ਉਹ ਜਿਹੜੇ ਸਨ ਉਹ ਹਾਰ ਗਏ ਸਭ ਕੁਝ ਜੂਏ 'ਚ। ਇਹ ਸਾਰੇ ਪ੍ਰਸੰਗ ਵੇਦ ਵਿਆਸ ਜੀ ਸੁਣਾ ਰਹੇ ਸੀ, ਜਨਮੇਜਾ ਸੁਣ ਰਿਹਾ ਸੀ। ਧਰਮਜ ਜਬ ਹੈ ਜੂਪ ਕੋ ਖੇਲਾ। ਉਹ ਬੋਲਿਆ ਜਨਮੇਜਾ, ਵੇਦ ਵਿਆਸ ਜੀ ਨੂੰ ਪੁੱਛਦਾ ਹੈ, ਕਹਿੰਦਾ ਵੀ ਸਾਡਾ ਜਿਹੜਾ ਵਡੇਰਾ ਸੀ ਯੁਧਿਸ਼ਟਰ, ਉਹ ਤਾਂ ਧਰਮ ਰਾਜੇ ਦਾ ਅਵਤਾਰ ਕਿਹਾ ਜਾਂਦਾ ਸੀ ਵੀ ਉਹ ਧਰਮ ਅਵਤਾਰੀ ਸੀ। ਉਹ ਤਾਂ ਸਿਆਣਾ ਬੜਾ ਸੀ, ਧਰਮ ਦਾ ਅਵਤਾਰ ਉਹਨੂੰ ਕਿਹਾ ਜਾਂਦਾ ਸੀ, ਧਰਮ ਰਾਜੇ ਦਾ ਅਵਤਾਰ ਕਿਹਾ ਜਾਂਦਾ ਸੀ। ਤੇ ਉਹਨੂੰ ਧਰਮਜ ਜਬ ਹੈ ਜੂਪ ਕੋ ਖੇਲਾ, ਉਹ ਜਦੋਂ ਕੈਰਵਾਂ ਦੀ ਸਭਾ 'ਚ ਜਾ ਕੇ ਜੂਆ ਖੇਡਣ ਲੱਗਾ, ਜਿਹਤੇ ਬੀਤਿਓ ਕਾਲ ਦੁਹੇਲਾ। ਉਹਨੇ ਜਾ ਕੇ ਜੂਆ ਖੇਡਿਆ, ਤੇ ਜੂਆ ਖੇਡਣਾ ਹੀ ਉਹਨਾਂ ਵਾਸਤੇ ਏਡਾ ਦੁੱਖ ਦਾ ਕਾਰਨ ਬਣਿਆ। ਧਰਮੀ ਸੀ ਤੇ ਧਰਮੀ ਬੰਦਾ ਜੂਆ ਖੇਡੇ ਤੇ ਵੇਖੋ ਕਿਤਨੀ ਵਿਪਤਾ 'ਚ ਪੈਣਾ ਪਿਆ ਉਹਨੂੰ ਜੂਆ ਖੇਡਦਿਆਂ। ਕਿਨਹੂ ਬਰਜਨਾ ਤੇ ਕੋ ਕੀਨੋ। ਜਨਮੇਜਾ ਪੁੱਛਦਾ ਵੇਦ ਵਿਆਸ ਨੂੰ, ਕਹਿੰਦਾ ਜਦੋਂ ਜੂਆ ਖੇਡਣ ਲੱਗਾ ਉਹਨੂੰ ਕਿਸੇ ਨੇ ਰੋਕਿਆ ਨਹੀਂ ਵੀ ਤੂੰ ਧਰਮ ਦਾ ਅਵਤਾਰ ਹੈ, ਤੂੰ ਜੂਆ ਕਿਉਂ ਖੇਡਦਾ? ਉਹਨੂੰ ਕਿਸੇ ਨੇ ਵਰਜਿਆ ਨਹੀਂ। ਹਾਲਾਂਕਿ ਕੋਈ ਬੰਦਾ ਜੂਆ ਖੇਡਣ ਲੱਗੇ ਤੇ ਸਿਆਣਾ ਬੰਦਾ ਕੋਲੋਂ ਮੱਤ ਦੇ ਦਿੰਦਾ ਉਹ ਨਾ ਖੇਡ। ਕਹਿੰਦੇ ਉਹਨਾਂ ਨੂੰ ਕੋਈ ਬੰਦਾ ਟੱਕਰਿਆ ਹੀ ਨਹੀਂ ਇਹੋ ਜਿਹਾ ਜਿਹੜਾ ਉਹਨਾਂ ਨੂੰ ਮੱਤ ਦਿੰਦਾ ਵੀ ਤੁਸੀਂ ਜੂਆ ਨਾ ਖੇਡੋ। ਆਪਣੇ ਵਡੇਰਿਆਂ ਦੀ ਕਥਾ ਦੇ ਕਿੰਤੂ ਕਰ ਰਿਹਾ। ਕਹਿੰਦਾ ਇੰਨੇ ਦੁਖੀ ਹੋਏ ਹੋ, ਕਿਵੇਂ ਕਿਵੇਂ ਦੁੱਖਾਂ ਤਕਲੀਫਾਂ 'ਚ ਉਹਨਾਂ ਨੂੰ ਲੰਘਣਾ ਪਿਆ, ਕਿੱਡੀ ਮਹਾਭਾਰਤ ਦਾ ਜੰਗ ਲੜਨਾ ਪਿਆ। ਸਾਰਿਆਂ ਦਾ ਮੂਲ ਕਾਰਨ ਤਾਂ ਜੂਆ ਹੀ ਸੀ ਨਾ ਜੂਆ ਖੇਡਦੇ ਤੇ ਨਾ ਇੱਥੇ ਤੱਕ ਨੌਬਤਾਂ ਆਉਂਦੀਆਂ। ਉਹ ਕਹਿਣ ਲੱਗੇ ਵੀ ਉਹਨੇ ਜਦੋਂ ਜੂਆ ਖੇਡਣ ਲੱਗੇ ਕਿ ਉਹਨਾਂ ਨੂੰ ਕਿਸੇ ਨੇ ਰੋਕਿਆ ਨਹੀਂ, ਕਿਸੇ ਨੇ ਵਰਜਿਆ ਨਹੀਂ ਵੀ ਜੂਆ ਨਾ ਖੇਡੋ। ਗਹਿਓ ਕੁਕਰਮ ਜੋ ਧਰਮ ਪ੍ਰਬੀਨੋ। ਨਾਲੇ ਉਹ ਏਡਾ ਵੱਡਾ ਧਰਮੀ ਸੀ, ਯੁਧਿਸ਼ਟਰ ਧਰਮ ਦਾ ਅਵਤਾਰ ਉਹਨੂੰ ਕਿਹਾ ਜਾਂਦਾ ਸੀ। ਇਹੋ ਜਿਹਾ ਕੁਕਰਮ ਜਦੋਂ ਕਰਨ ਲੱਗਾ ਕਿਸੇ ਨੇ ਉਹਦਾ ਹੱਥ ਨਹੀਂ ਫੜਿਆ ਵੀ ਤੂੰ ਆਹ ਕੰਮ ਨਾ ਕਰ। ਸ਼ੁਭ ਸ਼ੁਭਾਏ ਸਤਬਾਦੀ ਸੋਈ। ਉਹ ਤਾਂ ਬੜੇ ਸ਼ੁਭ ਸੁਭਾਅ ਵਾਲਾ ਸੀ, ਲੋਕਾਂ ਦੀ ਗੱਲ ਮੰਨਦਾ ਸੀ। ਜੇ ਕੋਈ ਅਕਲ ਦੀ ਮੱਤ ਦਿੰਦਾ ਉਹ ਸਿਆਣਾ ਸੀ, ਮੰਨ ਲੈਂਦਾ ਸੀ। ਤੇ ਉਹਦਾ ਇਹੋ ਜਿਹਾ ਸ਼ੁਭ ਸੁਭਾਅ ਸੀ, ਸਤਵਾਦੀ ਸੀ। ਐਸੀ ਬੁੱਧ ਕਾਸ ਤੇ ਹੋਈ। ਇਹ ਵੇਦ ਵਿਆਸ ਜੀ ਉਹਦੀ ਬੁੱਧੀ ਕਿਉਂ ਮਾਰੀ ਗਈ, ਉਹਦੀ ਮੱਤ ਤੇ ਕਿਉਂ ਪੜਦਾ ਪੈ ਗਿਆ? ਐਡਾ ਵੱਡਾ ਧਰਮੀ ਸੀ ਯੁਧਿਸ਼ਟਰ, ਉਹਦੀ ਅਕਲ ਤੇ ਵੱਡਾ ਐਡਾ ਪੜਦਾ ਕਿਉਂ ਪੈ ਗਿਆ? ਜਨਮੇਜਾ ਪੁੱਛਦਾ, ਕਿਉਂਕਿ ਜਨਮੇਜੇ ਦੇ ਵਡੇਰੇ ਸੀ ਇਹ ਪਾਂਡਵ। ਕਹਿੰਦਾ ਮੈਂ ਕਥਾ ਸੁਣ ਰਿਹਾ ਉਹਨਾਂ ਦੀ, ਮੈਨੂੰ ਤਾਂ ਇਸ ਗੱਲੋਂ ਹੈਰਾਨੀ ਹੋ ਰਹੀ ਹੈ ਵੀ ਉਹਨਾਂ ਨੇ ਏਡੀ ਵੱਡੀ ਮੂਰਖਤਾ ਕਿਉਂ ਕੀਤੀ ਵੀ ਜੂਏ 'ਚ ਜੇ ਪਹਿਲਾਂ 2-4 ਬਾਜ਼ੀਆਂ ਹਾਰ ਗਏ ਫਿਰ ਅੱਗੇ ਨਾ ਖੇਡਦੇ। ਜਦੋਂ ਪਹਿਲਾਂ ਖੇਡਣ ਲੱਗੇ ਕਿ ਉਹਨਾਂ ਨੂੰ ਕਿਸੇ ਨੇ ਮੱਤ ਨਹੀਂ ਦਿੱਤੀ, ਨਾਲੇ ਕਹਿੰਦੇ ਸੀ ਉਹ ਬੜਾ ਧਰਮੀ ਆ, ਧਰਮ ਰਾਜੇ ਦਾ ਅਵਤਾਰ ਕਿਹਾ ਜਾਂਦਾ ਉਹਨੂੰ। ਉਹਨੇ ਕਿਸੇ ਦੀ ਗੱਲ ਨਹੀਂ ਮੰਨੀ, ਉਹਦੀ ਮੱਤ ਤੇ ਪੜਦਾ ਕਿਉਂ ਪਿਆ? ਭਨੈ ਬਿਆਸ ਜਨਮੇਜਾ ਸੁਣੀਏ। ਜਨਮੇਜੇ ਨੂੰ ਸੰਬੋਧਨ ਕਰਕੇ ਵੇਦ ਵਿਆਸ ਜੀ ਬੋਲੇ, ਕਹਿੰਦੇ ਰਾਜਾ ਜਨਮੇਜਾ ਸੁਣ। ਈਸ਼ਵਰ ਨੇਤ ਅਵਸ਼ਯ ਹੈ ਗੁਨੀਏ। ਜਿਹੜੀ ਈਸ਼ਵਰ ਦੀ ਹੋਣੀ ਆ ਉਹ ਅਵਸ਼ ਵਰਤ ਕੇ ਰਹਿੰਦੀ ਹੈ। ਜਨਮੇਜਾ ਉਹਨੂੰ ਕੋਈ ਰੋਕ ਨਹੀਂ ਸਕਦਾ। ਹੋਣੀ ਬੜੀ ਪ੍ਰਬਲ ਹੈ। ਹੋਣੀ ਜਿਹੜੀ ਹੈ ਉਹ ਵਰਤ ਕੇ ਰਹਿੰਦੀ ਆ, ਉਹਨੂੰ ਨਹੀਂ ਕੋਈ ਰੋਕ ਸਕਦਾ, ਵਰਜ ਸਕਦਾ। ਦੋਹਰਾ ਕੋਟ ਉਪਾਵਨ ਕੋ ਕਰੈ ਕੈਸੋ ਸਿਆਣਾ ਹੋਏ। ਕਰੋੜਾਂ ਕੋਈ ਉਪਾਅ ਕਰੇ ਤੇ ਕੋਈ ਜਿੰਨਾ ਮਰਜੀ ਸਿਆਣਾ ਹੋਵੇ, ਜਿੰਨਾ ਮਰਜੀ ਸੂਝਵਾਨ ਬੁੱਧੀਮਾਨ ਹੋਵੇ। ਤਾਰੀ ਟਰਤ ਨ ਕਿਸੂ ਤੇ ਹੋਨਹਾਰ ਸੋ ਹੋਏ। ਜਦੋਂ ਹੋਣੀ ਵਰਤਣੀ ਹੁੰਦੀ ਹੈ ਫਿਰ ਉਹ ਕਿਸੇ ਦੇ ਟਾਲਿਆਂ ਟਲਦੀ ਨਹੀਂ, ਉਹ ਹੋ ਕੇ ਹੀ ਰਹਿੰਦੀ ਹੈ। ਜਿੰਨਾ ਮਰਜੀ ਕੋਈ ਸਿਆਣਾ ਹੋਵੇ, ਲੱਖ ਯਤਨ ਕਰੇ, ਉਪਾਅ ਕਰੇ ਕਿ ਇਸ ਹੋਣੀ ਨੂੰ ਮੈਂ ਨਾ ਵਰਤਣ ਦਿਆਂ, ਫਿਰ ਉਹ ਕਿਸੇ ਦੇ ਟਾਲਿਆਂ ਨਹੀਂ ਟਲਦੀ। ਰਾਜਾ ਜਨਮੇਜਾ ਇਹ ਹੋਣੀ ਹੈ ਹੀ ਇਹੋ ਜੀ ਪ੍ਰਬਲ। ਹੋਣੀ ਨੇ ਬਾਬਾ ਦੀਪ ਸਿੰਘ ਸਾਹਿਬ ਦਾ ਰਾਹ ਰੋਕ ਲਿਆ।
ਕਹਿੰਦੀ ਮੈਂ ਆ ਗਈ ਆ, ਮੈਂ ਨਹੀਂ ਤੈਨੂੰ ਪਹੁੰਚਣ ਦੇਣਾ ਹੁਣ ਉੱਥੇ ਤਾਈਂ, ਮੈਂ ਹੋਣੀ ਆ। ਬਾਬਾ ਦੀਪ ਸਿੰਘ ਸਾਹਿਬ ਜੀ ਕਹਿਣ ਲੱਗੇ ਤੂੰ ਹੋਣੀ ਐ, ਤੂੰ ਆਪਣਾ ਕੰਮ ਕਰ, ਮੇਰੇ ਗੁਰੂ ਦੇ ਚਰਨਾਂ ਤੇ ਭਰੋਸਾ ਵੀ ਮੇਰਾ ਕਾਰਜ ਮੇਰੇ ਗੁਰੂ ਨੇ ਕਰਨਾ। ਹੋਣੀ ਵਰਤੀ, ਸਾਂਝੇ ਵਾਰ ਹੋਏ, ਸੀਸ ਲੈ ਕੇ ਧੜ ਤੋਂ ਬਾਬਾ ਦੀਪ ਸਿੰਘ ਸਾਹਿਬ ਦਾ ਭੂਏ ਡਿੱਗ ਪਿਆ। ਉਸੇ ਸੀਸ ਨੂੰ ਤਲੀ ਤੇ ਚੁੱਕਦੇ ਐ ਤੇ ਖੰਡਾ ਲੈ ਕੇ 3 ਤੋਂ 4 ਕੋਹ ਦਾ ਪੰਧ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਬਿਨਾਂ ਸਿਰ ਤੋਂ ਲੜਦਿਆਂ ਹੋਇਆਂ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਪਹੁੰਚਦਿਆਂ ਹੋਣੀ ਵੀ ਉਹਨਾਂ ਦਾ ਕੁਝ ਵਿਗਾੜ ਨਹੀਂ ਸਕੀ। ਸਤਿ ਸ੍ਰੀ ਅਕਾਲ। ਗੁਰੂ ਕਾ ਸਿੱਖ ਜਦੋਂ ਗੁਰੂ ਤੇ ਭਰੋਸਾ ਰੱਖ ਲੈਂਦਾ, ਗੁਰੂ ਤੇ ਟੇਕ ਰੱਖ ਲੈਂਦਾ ਕਿ ਸਤਿਗੁਰੂ ਤੁਸੀਂ ਮੇਰੀ ਕਿਰਪਾ ਕਰਕੇ ਪੱਤ ਰੱਖਣੀ ਹੈ, ਤੁਹਾਡੇ ਚਰਨਾਂ ਵਿੱਚ ਮੇਰੀ ਅਰਦਾਸ ਹੈ, ਤੇ ਫਿਰ ਗੁਰੂ ਸਾਹਿਬ ਜੀ ਦੀ ਪੱਤ ਹੋ ਜਾਂਦੀ ਹੈ। ਹੋਣੀ ਪ੍ਰਬਲ ਬਹੁਤ ਹੈ। ਰਾਜੇ ਜਨਮੇਜੇ ਨੂੰ ਕਹਿੰਦਾ ਬਿਆਸ, ਕਹਿਣ ਲੱਗਾ ਜਨਮੇਜਾ ਇਹ ਹੋਣੀ ਬੜੀ ਪ੍ਰਬਲ ਹੈ, ਜਿੰਨਾ ਮਰਜੀ ਕੋਈ ਸਿਆਣਾ ਹੋਵੇ, ਅਕਲਮੰਦ ਹੋਵੇ, ਜਦੋਂ ਕਿਸੇ ਤੇ ਵਰਤਣੀ ਹੈ ਨੇ ਵਰਤੀ ਜਾਣਾ, ਫਿਰ ਇਹਨੂੰ ਕੋਈ ਰੋਕ ਨਹੀਂ ਸਕਦਾ। ਹਾਂਜੀ। ਚੌਪਈ ਕਹਿ ਜਨਮੇਜਾ ਸੁਨ ਮਨ ਰਾਈ। ਰਾਜਾ ਜਨਮੇਜਾ ਫਿਰ ਬੋਲਿਆ, ਕਹਿਣ ਲੱਗਾ ਵੇਦ ਵਿਆਸ ਜੀ ਸੁਣੋ, ਆਗੇ ਸੁਧ ਕੋ ਦੇਹ ਬਤਾਈ। ਕਹਿੰਦਾ ਜੇ ਕੋਈ ਪਹਿਲਾਂ ਬੰਦਾ ਖਬਰ ਦੇ ਦੇਵੇ ਵੀ ਭਈ ਅੱਗੇ ਤੇਰੇ ਲਈ ਆਹ ਦੁਖਦਾਈ ਸਮਾਂ, ਤੂੰ ਇਸ ਚੀਜ਼ ਤੋਂ ਬਚ ਕੇ ਰਹੀਂ, ਜੇ ਪਹਿਲਾਂ ਕੋਈ ਬੰਦਾ ਦੱਸ ਦੇਵੇ, ਭਵਿੱਖ ਦੱਸ ਦੇਵੇ, ਹੋਣਹਾਰ ਹੋਵੇ ਤਬ ਕੈਸੇ। ਫਿਰ ਹੋਣੀ ਕਿਵੇਂ ਵਰਤੇਗੀ? ਜੇ ਪਤਾ ਹੋਵੇ ਵੀ ਕੱਲ ਆਹ ਕੰਮ ਹੋਣਾ, ਫਿਰ ਉਧਰ ਜਾਵੇ ਹੀ ਨਾ ਬੰਦਾ, ਕਰੇ ਹੀ ਨਾ ਉਹ ਕੰਮ। ਕਹਿੰਦਾ ਜੇ ਪਤਾ ਲੱਗ ਜੇ ਬੰਦੇ ਨੂੰ ਹੋਣੀ ਭਵਿੱਖ ਦਾ ਵੀ ਵਰਤਣੀ ਹੈ, ਤੇ ਜੇ ਬੰਦਾ ਪਹਿਲਾਂ ਹੀ ਸੁਚੇਤ ਹੋ ਜੇ ਤੇ ਫਿਰ ਕਿਵੇਂ ਹੋਣੀ ਵਰਤੇਗੀ? ਅਣਜਾਣਤ ਹੋਵੇ ਜੈਸੇ ਤੈਸੇ। ਤੇ ਜੇ ਬੰਦਾ ਅਣਜਾਣ ਹੋਵੇ ਫਿਰ ਤਾਂ ਉਹਦੇ ਨਾਲ ਵਰਤ ਗਈ, ਪਰ ਜੇ ਬੰਦੇ ਨੂੰ ਪਤਾ ਹੋਵੇ ਫਿਰ ਕਿਵੇਂ ਵਰਤੇਗੀ? ਫਿਰ ਤਾਂ ਨਹੀਂ ਵਰਤ ਸਕਦੀ। ਬਿਆਸ ਕਹੈ ਤੁਮਰੀ ਸੁਧ ਜੋਊ। ਕਹਿੰਦੇ ਜਨਮੇਜੇ ਫਿਰ ਤੇਰੀ ਤੇ ਜਿਹੜੀ ਹੋਣੀ ਵਰਤਣੀ ਆ ਤੈਨੂੰ ਦੱਸ ਦਿੰਨੇ ਆ, ਤੂੰ ਜੇ ਉਸ ਹੋਣੀ ਨੂੰ ਟਾਲ ਸਕਦਾ ਤੇ ਵੇਖ ਲੈ ਟਾਲ ਕੇ ਜੇ ਟਲਦੀ ਆ ਤਾਂ ਫਿਰ। ਵੇਦ ਵਿਆਸ ਜੀ ਕਹਿੰਦੇ ਮੈਂ ਦੱਸ ਦਿੰਦਾ ਤੇਰੇ ਨਾਲ ਜਿਹੜੀ ਵਰਤਣੀ ਆ, ਤੇਰੇ ਕੋਲੋਂ ਟਲੇ ਤੇ ਤੂੰ ਟਾਲ ਕੇ ਵੇਖ ਲਈ। ਹਾਂਜੀ। ਪੂਰਬ ਕਹੋ ਲੈ ਹੋ ਸੁਨ ਸੋਊ। ਸੁਣ ਮੈਂ ਤੈਨੂੰ ਦੱਸ ਦਿੰਦਾ ਜੋ ਤੇਰੇ ਨਾਲ ਹੋਣਾ ਆਉਣ ਵਾਲੇ ਸਮੇਂ 'ਚ, ਜੇ ਤੂੰ ਰੋਕ ਸਕਦਾ ਉਹਨੂੰ ਤਾਂ ਰੋਕ ਲੈ। ਏਕ ਤੁਰੰਗਨ ਤੁਮ ਟਿਗ ਆਵੈ। ਸੁਣ ਆਉਣ ਵਾਲੇ ਸਮੇਂ ਵਿੱਚ ਤੇਰੇ ਕੋਲ ਇੱਕ ਘੋੜੀ ਆਵੇਗੀ ਬੜੀ ਸੁੰਦਰ, ਲੇਹੋ ਮੋਲ ਨਿਜ ਤਾਮ ਰਖਾਵੈ। ਤੂੰ ਘੋੜੀ ਮੁੱਲ ਖਰੀਦ ਕੇ ਆਪਣੇ ਕੋਲ ਰੱਖੇਗਾ, ਹਵੈ ਅਰੂਢ ਬਨ ਜਾਹੇ ਅਖੇਰਾ। ਇੱਕ ਦਿਨ ਤੂੰ ਉਸ ਘੋੜੀ ਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਜਾਵੇਂਗਾ। ਵੇਦ ਵਿਆਸ ਕੱਲੀ ਕੱਲੀ ਗੱਲ ਦੱਸਣ ਲੱਗੇ ਵੀ ਆਹ ਕੁਝ ਹੋਵੇਗਾ ਤੇਰੇ ਨਾਲ, ਤੈਨੂੰ ਮੈਂ ਪਹਿਲਾਂ ਦੱਸ ਦੇਣ ਲੱਗਾ, ਤੂੰ ਨਾ ਕਰੀ, ਵੇਖ ਲੈਨੇ ਆ ਵੀ ਤੂੰ ਕਰਦਾ ਕਿ ਨਹੀਂ ਕਰਦਾ, ਤੂੰ ਰੋਕ ਲਈ। ਤੂੰ ਉਸ ਘੋੜੀ ਤੇ ਸਵਾਰ ਹੋ ਕੇ ਬਨ 'ਚ ਜਾਵੇਂਗਾ, ਦੱਖਣ ਦਿਸ਼ਾ ਕਰੈ ਨਿਜ ਫੇਰਾ। ਔਰ ਤੂੰ ਆਪਣੇ ਆਪ ਨੂੰ ਰੋਕਦਾ ਹੋਇਆ ਵੀ ਨਹੀਂ ਰੋਕ ਸਕੇਗਾ। ਤੂੰ ਦੱਖਣ ਦਿਸ਼ਾ ਨੂੰ ਜਦੋਂ ਜਾਏਗਾ, ਅਧਿਕ ਸ਼ਰਮ ਪਾਵੈ ਤਿਸ ਬੇਰਾ। ਇੱਕ ਤਲਾਬ ਦੇ ਕੰਢੇ ਤੇ ਤੂੰ ਥਕੇਵੇਂ ਕਰਕੇ ਪੈ ਜਾਵੇਂਗਾ, ਤਟ ਸਰਵਰ ਤੂੰ ਕਰ ਹੈ ਡੇਰਾ। ਇੱਕ ਦਰਖਤ ਦੇ ਛਾਂ ਥੱਲੇ ਤੂੰ ਬੈਠੇਗਾ, ਲਾਗੇ ਸਰੋਵਰ ਹੋਵੇਗਾ, ਇੱਕ ਤਲਾਬ ਹੋਵੇਗਾ। ਤੋਹਰਾ ਇਕੱਲੋ ਬਨ ਮੈਂ ਸੋਵਈ, ਸਰਵਰ ਨਿਕਸ ਤੁਰੰਗ। ਤੇਰੇ ਨਾਲ ਤੇਰੀ ਕੋਈ ਫੌਜ ਦਾ ਬੰਦਾ ਨਹੀਂ ਹੋਵੇਗਾ ਵੀ ਤੂੰ ਕੱਲਾ, ਘੋੜੀ ਤੇਰੀ ਉੱਥੇ ਹੋਵੇਗੀ। ਉਸੇ ਤਲਾਬ ਚੋਂ ਇੱਕ ਘੋੜਾ ਨਿਕਲੇਗਾ। ਤੁਮ ਟਿਕ ਜੋ ਹੋਇ ਬਾਜਨੀ, ਕੇਲ ਕਰੈ ਤੇ ਸੰਗ। ਤੇਰੇ ਕੋਲ ਜਿਹੜੀ ਘੋੜੀ ਹੋਵੇਗੀ ਉਸ ਘੋੜੇ ਨਾਲ ਉਹਦਾ ਸੰਬੰਧ ਹੋਵੇਗਾ। ਚੌਪਈ ਗਰਬ ਰਹਿ ਤੇ ਦੋਏ ਬਸ਼ੇਰਾ। ਔਰ ਘੋੜੀ ਜਿਹੜੀ ਆ ਆਉਣ ਵਾਲੇ ਸਮੇਂ 'ਚ ਫਿਰ ਉਹ ਵਛੇਰਾ ਜਣੇਗੀ, ਉਹਦੇ ਤੋਂ ਵਛੇਰਾ ਪੈਦਾ ਹੋਵੇਗਾ। ਸ਼ਿਆਮ ਕਰਨ ਚੰਦਰ ਦੁੱਤ ਹੇਰਾ। ਉਹ ਜਿਹੜਾ ਵਛੇਰਾ ਹੋਵੇਗਾ ਉਹਦੇ ਕੰਨ ਦੋਵੇਂ ਕਾਲੇ ਹੋਣਗੇ, ਦੋਵੇਂ ਕੰਨ ਕਾਲੇ ਹੋਣਗੇ। ਬਾਕੀ ਉਹ ਘੋੜਾ ਜਿਹੜਾ ਹੈ ਬੜਾ ਸੁੰਦਰ ਅੰਗਾਂ ਵਾਲਾ ਹੋਵੇਗਾ। ਤੇ ਸੋ ਤਬ ਹੀ ਜਗ ਰਚਾਵ ਹੈ। ਉਸ ਘੋੜੇ ਨੂੰ ਵੇਖ ਕੇ ਤੂੰ ਯੱਗ ਕਰੇਗਾ, ਰਾਜਸੂਹ ਯੱਗ, ਜਿਹਦੇ ਵਿੱਚ ਤੂੰ ਉਹ ਘੋੜਾ, ਕਿਉਂਕਿ ਉਹਨਾਂ ਵੇਲਿਆਂ ਵਿੱਚ
ਜਦੋਂ ਰਾਜੇ ਸਾਰੀਆਂ ਸਭਾਵਾਂ ਜਿੱਤ ਲੈਂਦੇ ਸੀ ਇਲਾਕੇ ਤੇ ਆਪਣਾ ਘੋੜਾ ਛੱਡ ਦਿੰਦੇ ਸੀ ਯੱਗ ਕਰਕੇ। ਜਿੱਥੇ ਜਿੱਥੇ ਉਹ ਘੋੜਾ ਆਪਣੀ ਮਰਜ਼ੀ ਨਾਲ ਫਿਰਦਾ ਸੀ ਉਹਦਾ ਰਾਜ ਜਦੋਂ ਕਿਸੇ ਇਲਾਕੇ ਦਾ ਕੋਈ ਬੰਦਾ ਉਸ ਘੋੜੇ ਨੂੰ ਫੜਦਾ ਸੀ ਫਿਰ ਉੱਥੇ ਜੰਗ ਹੁੰਦਾ ਸੀ ਵੀ ਇਹ ਬੰਦਾ ਰਾਜੇ ਜਨਮੇਜੇ ਤੋਂ ਬਾਗੀ, ਇਹਦੇ ਨਾਲ ਲੜਾਈ ਹੋਵੇਗੀ। ਉਹ ਯੱਗ ਕਰਕੇ ਘੋੜਾ ਛੱਡਿਆ ਜਾਂਦਾ ਸੀ। ਵੇਦ ਵਿਆਸ ਜੀ ਕਹਿੰਦੇ ਉਹ ਘੋੜਾ ਇੰਨਾ ਸੁੰਦਰ ਵੀ ਉਹਦੇ ਕੰਨ 2 ਕਾਲੇ ਹੋਣਗੇ, ਉਹਨੂੰ ਵੇਖ ਕੇ ਤੂੰ ਛੱਡੇਗਾ ਉਸ ਘੋੜੇ ਨੂੰ। ਘੋੜਾ ਛੱਡਣ ਤੋਂ ਪਹਿਲਾਂ ਤੂੰ ਯੱਗ ਕਰੇਗਾ, ਬ੍ਰਾਹਮਣਾਂ ਨੂੰ ਬੁਲਾਵੇਂਗਾ। ਬਹੁਤ ਬਿਪਰ ਤੁਮਰੇ ਟਿਗ ਆਵਹਿ, ਬਹੁਤ ਸਾਰੇ ਬ੍ਰਾਹਮਣ ਤੇਰੇ ਘਰ ਵਿੱਚ ਆਉਣਗੇ ਯੱਗ ਕਰਨ ਲਈ। ਤਹਾਂ ਬਿਗਨ ਕੋ ਹੋਵਹਿ ਐਸਾ, ਉੱਥੇ ਕੋਈ ਐਸਾ ਬਿਗਨ ਹੋਵੇਗਾ, ਕੋਈ ਇਹੋ ਜੀ ਸਮੱਸਿਆ ਹੋਵੇਗੀ, ਮਹਾ ਪਾਪ ਲਾਗੈ ਤੁਝ ਜੈਸਾ, ਕਿ ਉਸ ਵਿਘਨ ਕਰਕੇ ਤੈਨੂੰ ਇੱਕ ਵੱਡਾ ਪਾਪ ਲੱਗੇਗਾ ਬ੍ਰਾਹਮਣ ਹੱਤਿਆ ਦਾ। ਤੂੰ ਨਾ ਬ੍ਰਾਹਮਣਾਂ ਨੂੰ ਮਾਰੇਗਾ, ਹੋਏ ਵੱਡੋ ਦੁਖ ਭਾਰਤ ਸੁਣੀਏ, ਔਰ ਤੇਰੇ ਸਰੀਰ ਤੇ ਕੋੜ ਹੋ ਜਾਏਗਾ। ਫਿਰ ਉਹਨਾਂ ਬ੍ਰਾਹਮਣਾਂ ਨੂੰ ਮਾਰਨ ਤੋਂ ਬਾਅਦ ਫਿਰ ਤੂੰ ਮੇਰੇ ਕੋਲੋਂ ਮਹਾਭਾਰਤ ਦੀ ਕਥਾ ਸੁਣੇਗਾ, ਕਿਉਂਕਿ ਉਹ ਕੋੜ ਤੇਰਾ ਮਹਾਭਾਰਤ ਦੀ ਕਥਾ ਸੁਣਦਿਆਂ ਦੂਰ ਹੋਣਾ। ਤੈਨੂੰ ਮੈਂ ਮਹਾਭਾਰਤ ਦੀ ਆ ਜਿਹੜੀ ਤੇਰੇ ਵਡੇਰਿਆਂ ਦੀ ਕਥਾ ਹੈ ਇਹ ਸੁਣਾਵਾਂਗਾ। ਕਿਸੂ ਥਾਵ ਤੂੰ ਬਚਨ ਨ ਮਨਈ, ਪਰ ਮਹਾਭਾਰਤ ਦੀ ਕਥਾ ਸੁਣਾਉਂਦਿਆਂ ਸੁਣਾਉਂਦਿਆਂ ਇੱਕ ਜਗ੍ਹਾ ਤੇ ਕਥਾ ਵਿੱਚ ਆਵੇਗਾ ਵਚਨ, ਤੂੰ ਮੰਨੇਗਾ ਨਹੀਂ, ਤੂੰ ਨੱਕ ਚੜਾਏਗਾ ਵੀ ਇਹ ਨਹੀਂ ਹੋ ਸਕਦਾ, ਆਹ ਤਾਂ ਹੋ ਹੀ ਨਹੀਂ ਸਕਦਾ। ਜਿਵੇਂ ਅੱਜ ਕੱਲ ਨਹੀਂ ਕਹਿ ਦਿੰਦੇ ਕਈ ਵਾਰੀ ਕਥਾ ਸੁਣਦੇ, ਆਹ ਤਾਂ ਹੋ ਹੀ ਨਹੀਂ ਸਕਦਾ ਜੀ। ਕਿੰਤੂ ਪਰੰਤੂ ਵਾਲੇ ਹੁੰਦੇ ਆ ਜਿਨ੍ਹਾਂ ਨੇ ਕਦੇ ਸ਼ਰਧਾ ਭਾਵਨਾ ਹੀ ਨਹੀਂ ਰੱਖਣੀ। ਗੁਰੂ ਜਿੱਥੇ ਸ਼ਰਧਾ ਉੱਥੇ ਕਦੇ ਤਰਕ ਨਹੀਂ ਪੈਦਾ ਹੋ ਸਕਦੀ। ਤਰਕ ਦਾ ਬੀਜ ਬੀਜਿਆ ਹੀ ਉੱਥੇ ਜਾਂਦਾ ਜਿੱਥੇ ਸ਼ਰਧਾ ਵਿਹੂਣਾ ਹਿਰਦਾ ਹੋਵੇ। ਕਹਿਣ ਲੱਗੇ ਇੱਕ ਜਗ੍ਹਾ ਤੇ ਤੂੰ ਕਹੇਗਾ ਇਹ ਕਿਵੇਂ ਹੋ ਸਕਦਾ ਕਥਾ ਸੁਣਦਿਆਂ ਸੁਣਦਿਆਂ। ਜਦੋਂ ਕਹਾਇਆ ਜਾਵੇਗਾ ਨਾ ਕਥਾ ਵਿੱਚ ਕਿ ਭੀਮ ਨੇ 10,000 ਹਾਥੀ ਆਕਾਸ਼ ਵਿੱਚ ਉਡਾ ਦਿੱਤੇ, ਤੂੰ ਆਖੇਗਾ ਉਹ ਮੁੜ ਕੇ ਥੱਲੇ ਹੀ ਨਹੀਂ ਆਏ, ਤੂੰ ਆਖੇਗਾ ਹੋ ਹੀ ਨਹੀਂ ਸਕਦਾ, ਤੂੰ ਨੱਕ ਚੜਾਏਗਾ, ਕੋੜ ਤੇਰੀ ਨੱਕ 'ਚ ਰਹਿ ਜਾਏਗਾ। ਦੁੱਖ ਕੁਛ ਰਹਿ ਪ੍ਰਾਨ ਹੱਤ ਹੋਈ, ਉਸੇ ਨੱਕ ਦੇ ਕੋੜ ਕਰਕੇ ਤੇਰੇ ਪ੍ਰਾਣ ਹੱਤ ਹੋਣਗੇ। ਆਹ ਹੋਣੀ ਤੇਰੇ ਨਾਲ ਵਰਤਣੀ ਹੈ, ਜੇ ਤੂੰ ਰੋਕ ਸਕਦਾ ਤੇ ਰੋਕ ਲੈ। ਵੇਦ ਵਿਆਸ ਜੀ ਕਹਿੰਦੇ ਆਹ ਸਭ ਕੁਝ ਤੇਰੇ ਨਾਲ ਹੋਣਾ। ਇਹ ਜਿਹੜਾ ਹੋਣਾ ਹੈ ਸੋ ਹੋਈ ਹੈ, ਉਹਨੂੰ ਕੋਈ ਨਹੀਂ ਰੋਕ ਸਕਦਾ, ਉਹ ਹੋ ਕੇ ਹੀ ਰਹੇਗਾ। ਤੈਨੂੰ ਅਸੀਂ ਪਹਿਲਾਂ ਦੱਸ ਦਿੱਤਾ, ਤੂੰ ਕਹਿਣਾ ਜੇ ਪਹਿਲਾਂ ਪਤਾ ਹੋਵੇ ਤੇ ਬੰਦਾ ਰੋਕ ਸਕਦਾ, ਆ ਲੈ ਤੈਨੂੰ ਦੱਸ ਦਿੱਤਾ, ਹੁਣ ਜੇ ਤੂੰ ਰੋਕ ਸਕਦਾ ਤੇ ਰੋਕ ਲੈ। ਅਬ ਮੈਂ ਪ੍ਰਗਟ ਕਹੀ ਸਭ ਸੋਈ, ਤੈਨੂੰ ਕੱਲੀ ਕੱਲੀ ਗੱਲ ਦੱਸ ਦਿੱਤੀ ਆ ਪ੍ਰਗਟ ਕਰਕੇ। ਪੂਰਬ ਸੁਧ ਤੁਝ ਦੀਨ ਜਨਾਈ, ਤੇਰੇ ਨਾਲ ਜੋ ਹੋਣਾ ਉਹ ਸਾਰੀ ਸੁਧ, ਉਹ ਸਾਰੀ ਖਬਰ ਮੈਂ ਤੈਨੂੰ ਪਹਿਲਾਂ ਜਣਾ ਦਿੱਤੀ ਐ। ਨਹਿ ਕਰੀਏ ਰਾਖੋ ਚੁਕਸਾਈ, ਤੇ ਹੁਣ ਸਾਵਧਾਨ ਰਹੀ ਜਨਮੇਜੇ, ਏਦਾਂ ਦਾ ਕੰਮ ਨਾ ਕਰੀ। ਪਹਿਲੀ ਗੱਲ ਘੋੜੀ ਨਾ ਖਰੀਦੀ ਕੋਈ, ਕਿਉਂਕਿ ਸ਼ੁਰੂਆਤ ਉੱਥੋਂ ਹੀ ਹੋਣੀ ਹੈ। ਤੂੰ ਯਤਨ ਕਰੀ ਵੀ ਘੋੜੀ ਨਾ ਖਰੀਦੀ ਕੋਈ, ਉੱਥੋਂ ਸ਼ੁਰੂਆਤ ਹੋ ਜਾਣੀ ਹੈ ਸਾਰੀ। ਤੇ ਤੂੰ ਹੁਣ ਹੋ ਜਾ ਸਾਵਧਾਨ, ਚੁਕਸਾਈ ਰੱਖੀ। ਸਾਰੀਆਂ ਗੱਲਾਂ ਮੈਂ ਤੈਨੂੰ ਦੱਸ ਦਿੱਤੀਆਂ ਨੇ। ਜੇ ਘੋੜੀ ਲੈ ਲਵੇਂ ਤੇ ਉਹਦੇ ਤੇ ਸਵਾਰੀ ਨਾ ਕਰੀ, ਸਵਾਰੀ ਕਰੇ ਤੇ ਦੱਖਣ ਦਿਸ਼ਾ ਨੂੰ ਨਾ ਜਾਈ। ਚਲੋ ਜੇ ਦੱਖਣ ਦਿਸ਼ਾ ਨੂੰ ਵੀ ਚਲਾ ਜਾਏ ਤੇ ਫਿਰ ਅੱਗੇ ਹੋਰ ਆ, ਫਿਰ ਯੱਗ ਨਾ ਕਰੀ, ਘਰ 'ਚ ਬ੍ਰਾਹਮਣਾਂ ਨੂੰ ਨਾ ਸੱਦੀ। ਬ੍ਰਾਹਮਣ ਸੱਦ ਲਵੇਂ ਤੇ ਬ੍ਰਾਹਮਣਾਂ ਨੂੰ ਸੱਦ ਕੇ ਫਿਰ ਉਹਨਾਂ ਨੂੰ ਮਾਰੀ ਨਾ। ਜੇ ਮਾਰੇ ਵੀ ਜਾਣ ਤੇ ਅੱਗੇ ਹੋਰ ਰਸਤਾ ਕੋੜ ਪਵੇਗਾ। ਤੇ ਮਹਾਭਾਰਤ ਦੀ ਕਥਾ ਸੁਣ ਕੇ ਤੂੰ ਸ਼ੰਕਾ ਨਾ ਕਰੀ। ਹੁਣ ਇਹ ਸਾਰੇ ਕੰਮ ਨੇ, ਹੋ ਜਾ ਚੌਕਸ, ਸਾਵਧਾਨ ਹੋ ਜਾ। ਇਹ ਸਾਰੇ ਕੰਮ ਨਾ ਕਰੀ ਜੋ ਤੈਨੂੰ ਦੱਸੇ ਨੇ। ਤੋਹਰਾ ਸੁਨ ਨਰੇਸ਼ ਬਿਸਮੈ ਪਇਓ, ਬਨਜ ਤਿਆਗ ਦੀ ਬਾਜ। ਇਹ ਸੁਣ ਕੇ ਰਾਜਾ ਜਨਮੇਜਾ ਹੈਰਾਨ ਹੋਇਆ ਵੀ ਆਹ ਸਭ ਕੁਝ ਹੋਣਾ ਮੇਰੇ ਨਾਲ। ਉਸੇ ਵੇਲੇ ਆਪਣੇ ਬੰਦਿਆਂ ਨੂੰ, ਵਪਾਰੀਆਂ ਜਿਹੜੇ ਘੋੜੇ ਖਰੀਦਦੇ ਸੀ ਨਾ, ਉਹਨਾਂ ਨੂੰ ਸੱਦਿਆ। ਕਹਿੰਦਾ ਘੋੜੀ ਕੀ, ਘੋੜੇ ਵੀ ਅੱਜ ਤੋਂ ਬਾਅਦ ਨਹੀਂ ਖਰੀਦਣੇ। ਇਹ ਘੋੜਿਆਂ ਨਾਲ ਜਦੋਂ ਘੋੜੇ ਖਰੀਦਾਂਗੇ, ਕੋਈ ਘੋੜੀ ਵੀ ਆ ਗਈ ਤੇ ਖਰੀਦੀ ਗਈ ਤਾਂ ਮਾਰਿਆ ਜਾਵਾਂਗੇ। ਇਹਨੇ ਵਰਗ ਦਿੱਤਾ ਵੀ ਅੱਜ ਤੋਂ ਬਾਅਦ ਕੋਈ ਘੋੜਾ ਨਹੀਂ ਖਰੀਦਣਾ।
ਨਾ ਘੋੜੀ ਤੇ ਨਾ ਘੋੜਾ ਖਰੀਦ ਕੇ ਲਿਆਉਣਾ। ਕਾਰਨ ਕੇ ਨਿਰਮੂਲ ਤੇ ਕੈਸੇ ਹੋਵਹਿ ਕਾਜ। ਕਹਿੰਦਾ ਜੇ ਕਾਰਨ ਹੀ ਨਾ ਹੋਵੇਗਾ ਤੇ ਕਿ ਕਾਰਜ ਕਿਵੇਂ ਹੋਵੇਗਾ? ਕਾਰਨ ਹੋਵੇ ਤੇ ਕਾਰਜ ਹੁੰਦਾ। ਘੋੜੀ ਕਾਰਨ ਬਣਨੀ ਹੈ ਸਾਰੇ ਚੀਜ਼ਾਂ ਦਾ। ਕਹਿੰਦਾ ਮੈਂ ਕਾਰਨ ਹੀ ਨਹੀਂ ਪੈਦਾ ਹੋਣ ਦੇਣਾ। ਜੇ ਕਾਰਨ ਹੀ ਨਾ ਹੋਵੇਗਾ ਤੇ ਫਿਰ ਕਿਵੇਂ ਉਹਦੇ ਤੋਂ ਮੂਲ ਪੈਦਾ ਹੋਵੇਗਾ, ਕਾਰਜ ਹੋਵੇਗਾ। ਚੌਪਈ ਜੇ ਨੈ ਬੋਵੈ ਬੀਜ ਅਗਾਰੀ। ਕਹਿੰਦਾ ਜੇ ਬੀਜ ਹੀ ਨਾ ਬੀਜੋ ਪਹਿਲਾਂ ਕਿਉ ਕੰਟਨ ਦੁਖ ਦੇਹ ਕਟਾਰੀ। ਤੇ ਫਿਰ ਕੰਡੇ ਹੋਣਗੇ ਹੀ ਨਾ। ਜੇ ਪਹਿਲਾਂ ਬੀਜ ਬੀਜਾਂਗੇ ਤੇ ਕੰਡੇ ਵੱਢਣੇ ਪੈਣਗੇ ਨਾ। ਕਹਿੰਦਾ ਆਪਾਂ ਬੀਜ ਹੀ ਨਹੀਂ ਬੀਜਣਾ। ਜੇ ਬੀਜ ਹੀ ਨਾ ਬੀਜਾਂਗੇ ਤੇ ਕਿਵੇਂ ਕੰਡੇ ਕੱਟਣੇ ਪੈਣਗੇ ਦੁੱਖ ਦੇਣ ਵਾਲੇ। ਅਸ ਹੱਠ ਕਰ ਦਿੜ ਕੇਤਿਕ ਕਾਲਾ। ਇਹੋ ਜਿਹਾ ਹੱਠ ਕਰਕੇ ਨੇ ਦ੍ਰਿੜ ਕਰਕੇ ਕੁਝ ਸਮਾਂ ਕਰਿਓ ਬਤੀਤ ਮਹਿਤ ਭੂਪਾਲਾ। ਕੁਝ ਮਹੀਨੇ ਇਹਨੇ ਬਤੀਤ ਕਰ ਲਏ। ਕਹਿੰਦਾ ਹੁਣ ਕੋਈ ਘੋੜਾ ਨਹੀਂ ਖਰੀਦਣਾ। ਆਪਣੇ ਬੰਦਿਆਂ ਨੂੰ, ਮਜੀਰਾਂ ਨੂੰ, ਸਭ ਨੂੰ ਕਹਿ ਦਿੱਤਾ ਕਿਸੇ ਨੇ ਕੋਈ ਘੋੜਾ ਨਹੀਂ ਖਰੀਦਣਾ। ਕਹਿੰਦੇ ਕੁਝ ਮਹੀਨੇ ਇਸੇ ਤਰ੍ਹਾਂ ਸਾਲ, 1.5-2 ਸਾਲ ਬੀਤ ਗਏ। ਸੈਨਾ ਵਿੱਚ ਬਾਜ ਬਿਨ ਸਾਵ ਹੈ। ਹੁਣ ਫੌਜਾਂ ਸੀ ਜਨਮੇਜੇ ਕੋਲ, ਘੋੜੇ ਮਰਦੇ ਨੇ, ਰੋਜ਼ ਖਰੀਦਣੇ ਵੀ ਪੈਂਦੇ। ਸੈਨਾ ਵਿੱਚ ਘੋੜੇ ਮਰਨ ਲੱਗੇ। ਦੇਵਨੇਤ ਘੋੜਿਆਂ ਵਿੱਚ ਕੋਈ ਬਿਮਾਰੀ ਫੈਲੀ ਤੇ ਬਹੁਤ ਸਾਰੇ ਘੋੜੇ ਮਾਰੇ ਗਏ। ਪੁਨ ਖਰੀਦਨੈ ਸੰਗਰ ਲਾਵ ਹੈ। ਹੁਣ ਜਿਹੜੇ ਮਰਦੇ ਸੀ ਉਹਨਾਂ ਜਗ੍ਹਾ ਤੇ ਹੋਰ ਨਵੇਂ ਭਰਤੀ ਕਰਨੇ ਸੀ। ਘੋੜੇ ਨਵੇਂ ਖਰੀਦਣੇ ਬੰਦ ਸੀ। ਘੋੜੇ ਜਿਹੜੇ ਸਨ ਉਹ ਸਮਾਪਤ ਹੋਣ ਲੱਗੇ। ਭਈ ਅਲਪਤਾ ਜਬ ਹੈ ਤੁਰੰਗਾ। ਹੁਣ ਸਿਪਾਹੀ ਘੋੜੇ ਬਿਨਾਂ ਕੀ ਕਰਨ? ਘੋੜਿਆਂ ਤੋਂ ਬਿਨਾਂ ਜਿਹੜੇ ਘੋੜਸਵਾਰ ਨੇ ਉਹ ਕਿਵੇਂ ਰਹਿਣ? ਜਦੋਂ ਘੋੜਿਆਂ ਦੀ ਗਿਣਤੀ ਬਹੁਤ ਜ਼ਿਆਦਾ ਘਟ ਗਈ। ਸਚਿਵ ਬੰਦ ਕਰ ਕਹਿ ਨ੍ਰਿਪ ਸੰਗਾ। ਵਜ਼ੀਰ ਆ ਗਏ। ਕਈ ਵਾਰੀ ਸਲਾਹਕਾਰ ਮਾੜੇ ਹੁੰਦੇ ਆ। ਰਾਜਾ ਚਾਹਵੇ ਵੀ ਮੈਂ ਇਹ ਕੰਮ ਨਾ ਕਰਾਂ ਤੇ ਵਜ਼ੀਰ ਸਲਾਹਕਾਰ ਆ ਕੇ ਮੱਤਾਂ ਦੇ ਦਿੰਦੇ ਆ। ਵਜ਼ੀਰ ਆ ਗਏ ਇਕੱਠੇ ਹੋ ਕੇ ਰਾਜੇ ਕੋਲ। ਇਉ ਭੂਪਨ ਕੋ ਸਰੈ ਨ ਕਾਜਾ। ਕਹਿਣ ਲੱਗੇ ਤੂੰ ਰਾਜਾ ਜਨਮੇਜਾ, ਜੇ ਰਾਜੇ ਘੋੜੇ ਹੀ ਨਾ ਖਰੀਦਣਗੇ ਤੇ ਘੋੜੇ ਖਰੀਦੇ ਬਿਨਾਂ ਰਾਜਿਆਂ ਦੇ ਕੰਮ ਕਿਵੇਂ ਚੱਲਣਗੇ? ਸੈਨਾ ਦਾ ਕੰਮ ਕਿਵੇਂ ਚੱਲੇਗਾ ਘੋੜਿਆਂ ਤੋਂ ਬਿਨਾਂ? ਤੂੰ ਸਿਆਣਾ ਹੈ, ਜੇ ਤੂੰ ਰਾਜ ਕਰਨਾ ਤੇ ਤੈਨੂੰ ਘੋੜੇ ਤਾਂ ਖਰੀਦਣੇ ਪੈਣਗੇ। ਜਸ ਪ੍ਰਾਨ ਧਰਿਓ ਆਪ ਮਹਾਰਾਜਾ। ਇਹ ਰਾਜਾ ਤੂੰ ਪ੍ਰਣ ਕਰੀ ਬੈਠਾ ਵੀ ਮੈਂ ਘੋੜੇ ਨਹੀਂ ਖਰੀਦਣੇ। ਏਦਾਂ ਕਿਵੇਂ ਨਿਭੇਗੀ? ਏਦਾਂ ਕਿਵੇਂ ਪੂਰੀ ਹੋਵੇਗੀ? ਬਿਨ ਤੁਰੰਗ ਤੇ ਸੈਨਾ ਕੈਸੀ। ਬਿਨਾਂ ਘੋੜਿਆਂ ਤੋਂ ਕਾਹਦੀ ਸੈਨਾ? ਕੱਲੇ ਪੈਦਲ ਬੰਦੇ ਕੀ ਮਾਰਨਗੇ ਦੁਸ਼ਮਣ ਨੂੰ? ਜੇ ਦੁਸ਼ਮਣ ਨੂੰ ਪਤਾ ਲੱਗ ਗਿਆ ਵੀ ਤੇਰੀ ਫੌਜ ਵਿੱਚ ਘੋੜਸਵਾਰ ਕੋਈ ਨਹੀਂ, ਤੇਰੀ ਸੈਨਾ ਕਮਜ਼ੋਰ ਹੈ, ਦੁਸ਼ਮਣ ਨੇ ਕਰ ਦਿੱਤਾ ਹਮਲਾ, ਤੇ ਫਿਰ ਕੀ ਕਰੇਗਾ ਤੂੰ? ਤੇਰਾ ਰਾਜ ਭਾਗ ਖੋਇਆ ਜਾਏਗਾ। ਤੈਨੂੰ ਇਹ ਗੱਲ ਨਹੀਂ ਚਾਹੀਦੀ। ਤੈਨੂੰ ਇਹ ਪ੍ਰਣ ਨਹੀਂ ਕਰਨਾ ਚਾਹੀਦਾ। ਪਗ ਵਿਹੀਨ ਸਿੰਘਨ ਹੋਇ ਜੈਸੀ। ਕਹਿੰਦੇ ਜਿਵੇਂ ਪੈਰਾਂ ਤੋਂ ਬਿਨਾਂ ਸ਼ੇਰ ਕਿਹੜੇ ਕੰਮ ਦਾ? ਸ਼ੇਰ ਦੀਆਂ ਲੱਤਾਂ ਹੀ ਨਾ ਹੋਣ ਉਹ ਕਿਹੜੇ ਕੰਮ ਦਾ? ਜੇ ਸੈਨਾ ਦੇ ਕੋਲ ਘੋੜੇ ਹੀ ਨਹੀਂ ਤੇ ਘੋੜਸਵਾਰਾਂ ਬਿਨਾਂ ਕਿਹੜੀ ਸੈਨਾ? ਅਸਵ ਖਰੀਦੋ ਸੈਨਾ ਹੇਤੂ। ਹਾਲੇ ਵੀ ਵੇਲਾ ਹੈ ਰਾਜਾ ਜਨਮੇਜਾ, ਕੁਝ ਨਹੀਂ ਵਿਗੜਿਆ। ਆਪਣੀ ਸੈਨਾ ਵਾਸਤੇ ਘੋੜੇ ਖਰੀਦ ਲੈ। ਆਪ ਨਾ ਚੜੋ ਬਿਨੀਤ ਨਿਕੇਤੂ। ਤੂੰ ਆਪ ਨਾ ਸਵਾਰੀ ਕਰੀ ਘੋੜਿਆਂ ਦੀ। ਤੇਰੀ ਗੱਲ ਤਾਂ ਤੇਰੀ ਆ ਨਾ। ਸੈਨਾ ਨੂੰ ਤਾਂ ਨਹੀਂ ਕਿਹਾ ਉਹਨੇ, ਵੇਦ ਵਿਆਸ ਨੇ, ਵੀ ਸੈਨਾ ਨਾ ਚੜੇ ਘੋੜਿਆਂ ਤੇ। ਉਹਨਾਂ ਕਿਹਾ ਵੀ ਤੂੰ ਉਹ ਵੀ ਘੋੜੀ ਤੇ ਚੜਨ ਨੂੰ ਕਿਹਾ ਵੀ ਨਾ ਚੜੀ। ਘੋੜੇ ਤੋਂ ਤੈਨੂੰ ਵੀ ਨਹੀਂ ਰੋਕਿਆ ਉਹਨੇ, ਤੇ ਤੂੰ ਨਾ ਚੜੀ। ਜੇ ਮੰਨ ਲੈ ਤੇਰੇ ਮਨ ਵਿੱਚ ਇਹ ਭਰਮ ਹੈ। ਦੇਸ਼ਨ ਦੇਸ਼ ਸੁਦਾਗਰ ਆਵ ਹੈ। ਵੱਡੇ ਵੱਡੇ ਦੇਸ਼ਾਂ ਚੋਂ ਘੋੜਿਆਂ ਦੇ ਸੁਦਾਗਰ ਆਉਂਦੇ ਨੇ ਘੋੜੇ ਲੈ ਕੇ। ਨਾਮ ਸੋ ਜਸ ਸੁਨ ਤੁਮ ਟਿਗ ਲਿਆਵ ਹੈ। ਉਹ ਤੇਰਾ ਨਾਂ ਸੁਣਦੇ ਆ ਵੀ ਰਾਜਾ ਜਨਮੇਜਾ ਬੜਾ ਪ੍ਰਤਾਪੀ ਰਾਜਾ, ਬੜੇ ਘੋੜੇ ਖਰੀਦਦਾ। ਉਹ ਲੋਕ ਆਉਂਦੇ ਨੇ ਤੇਰੇ ਕੋਲ ਘੋੜੇ ਲੈ ਕੇ। ਸੋ ਸਭ ਹੀ ਚੱਲ ਜਾਹੇ ਨਿਰਾਸੇ। ਪਰ ਜਦੋਂ ਤੂੰ ਇੱਥੇ ਘੋੜੇ ਖਰੀਦਦਾ ਹੀ ਨਹੀਂ, ਉਹ ਵਿਚਾਰੇ ਸੁਦਾਗਰ ਉਦਾਸ ਹੋ ਕੇ ਮੁੜ ਜਾਂਦੇ ਨੇ, ਨਿਰਾਸ਼ ਹੋ ਕੇ ਮੁੜ ਜਾਂਦੇ ਨੇ। ਕਹਿੰਦੇ ਕਾਹਦਾ ਪ੍ਰਤਾਪੀ ਰਾਜਾ ਜਿਹੜਾ ਘੋੜੇ ਹੀ ਨਹੀਂ ਖਰੀਦਦਾ? ਉਹ ਸਗੋਂ ਜਾ ਕੇ ਤੇਰਾ ਅਪਜਸ ਕਰਦੇ ਨੇ, ਉਹ ਤੇਰਾ ਅਨਾਦਰ ਕਰਦੇ ਹਨ। ਨਿੰਦੈ ਮੁਖ ਤੇ ਹੀਨ ਹੁਲਾਸੇ। ਉਹ ਨਿੰਦਾ ਕਰਦੇ ਨੇ ਤੇਰੀ। ਜਦੋਂ ਵਿਚਾਰੇ ਆਸ ਰੱਖ ਕੇ ਆਉਂਦੇ ਆ ਵੀ ਘੋੜੇ ਖਰੀਦੇਗਾ, ਤੂੰ ਖਰੀਦਦਾ ਨਹੀਂ ਅੱਗੋਂ। ਉਹ ਦੂਰੋਂ ਦੂਰੋਂ ਆਉਂਦੇ ਆ ਚੱਲ ਕੇ ਵਧੀਆ ਵਧੀਆ ਜਾਤੀਆਂ ਦੇ ਘੋੜੇ ਲੈ ਕੇ, ਤੂੰ ਖਰੀਦਦਾ ਨਹੀਂ। ਉਹ ਫਿਰ ਤੈਨੂੰ ਲਾਹਨਤਾਂ ਪਾਉਂਦੇ ਜਾਂਦੇ ਆ ਵੀ ਸਾਡਾ ਸਮਾਂ ਬਰਬਾਦ ਕੀਤਾ ਇਹਨੇ, ਇਹਦੇ ਨਾਲੋਂ ਚੰਗਾ ਇੱਥੇ ਨਾ ਆਉਂਦੇ ਅਸੀਂ।
ਉਹ ਲੋਕ ਤੇਰੀ ਨਿੰਦਾ ਕਰਦੇ ਮੁੜਦੇ ਨੇ ਸੁਦਾਗਰ। ਸੁਨ ਮੰਤਰੀ ਕੇ ਬਚ ਰਾਜਾਨਾ, ਮੰਤਰੀਆਂ ਨੇ ਸਾਰੀਆਂ ਗੱਲਾਂ ਕਹੀਆਂ ਜਦੋਂ ਰਾਜੇ ਨੇ ਸੁਣੀਆਂ। ਵਿਦੇ ਗੁਨੀ ਇਨ ਸਾਚ ਬਖਾਨਾ, ਸੋਚਦਾ ਵੀ ਮੰਤਰੀ ਕਦੇ ਸਲਾਹ ਮਾੜੀ ਨਹੀਂ ਦਿੰਦੇ, ਵੀ ਇਹਨਾਂ ਨੇ ਗੱਲ ਕਹੀ ਆ ਵੀ ਘੋੜੇ ਤਾਂ ਖਰੀਦਣ ਨਾਲ ਕੀ ਨੁਕਸਾਨ ਹੁੰਦਾ, ਵੀ ਮੈਂ ਨਾ ਚੜਿਆ ਕਰੂੰ ਪਰ ਸੈਨਾ ਤਾਂ ਚੜਿਆ ਕਰੇ, ਸਵਾਰੀ ਕਰਿਆ ਕਰੇ। ਇਹ ਵਜ਼ੀਰ ਮੇਰੇ ਜਿਹੜੇ ਨੇ ਬਿਲਕੁਲ ਸਹੀ ਗੱਲ ਕਹਿ ਰਹੇ ਨੇ। ਹਮਸੇ ਭੂਪ ਨ ਲਹੇ ਤੁਰੰਗਾ, ਜੇ ਮੇਰੇ ਵਰਗੇ ਪ੍ਰਤਾਪੀ ਰਾਜੇ ਵੱਡੇ ਰਾਜੇ ਘੋੜੇ ਨਾ ਖਰੀਦਣਗੇ ਤੋ ਇਹ ਬਨਜ ਕਰ ਹੈ ਕਿਸ ਸੰਗਾ। ਆ ਵਿਚਾਰੇ ਜਿਹੜੇ ਘੋੜਿਆਂ ਦੇ ਸੁਦਾਗਰ ਨੇ ਕਿਹਦੇ ਨਾਲ ਵਪਾਰ ਕਰਨਗੇ ਘੋੜਿਆਂ ਦਾ, ਕਿਉਂਕਿ ਉਹਨਾਂ ਵੇਲਿਆਂ ਵਿੱਚ ਘੋੜੇ ਆਮ ਪਬਲਿਕ ਤਾਂ ਖਰੀਦ ਨਹੀਂ ਸੀ ਸਕਦੀ। ਵੱਡੇ ਵੱਡੇ ਰਾਜੇ ਸ਼ਾਹੂਕਾਰਾਂ ਦੇ ਘਰਾਂ 'ਚ ਘੋੜੇ ਸਨ, ਗਰੀਬ ਬੰਦਾ ਕਿੱਥੇ ਘੋੜਾ ਖਰੀਦਦਾ ਸੀ, ਉਹਨਾਂ ਨੂੰ ਤਾਂ ਬੈਲ ਤੱਕ ਨਹੀਂ ਸੀ ਮਿਲਦੇ, ਘੋੜਾ ਤਾਂ ਦੂਰ ਦੀ ਬਾਤ ਸੀ। ਕਹਿਣ ਲੱਗਾ ਜੇ ਮੇਰੇ ਵਰਗੇ ਰਾਜੇ ਹੀ ਘੋੜੇ ਨਾ ਖਰੀਦਣਗੇ ਤੇ ਫਿਰ ਕੌਣ ਖਰੀਦੇਗਾ। ਉਹਨਾਂ ਵਿਚਾਰੇ ਸੁਦਾਗਰਾਂ ਦਾ ਵੀ ਸੋਚਣਾ ਜਿਹੜੇ ਮੇਰੇ ਤੇ ਆਸ ਰੱਖ ਕੇ ਆਉਂਦੇ ਨੇ। ਕਹਿਓ ਬਿਆਸ ਨੇ ਬੜਵਾ ਲੀਜੈ, ਵੇਦ ਵਿਆਸ ਜੀ ਨੇ ਕਿਹਾ ਸੀ ਵੀ ਘੋੜੀ ਨਾ ਖਰੀਦੀ, ਉਹਨੇ ਇਹ ਤਾਂ ਨਹੀਂ ਕਿਹਾ ਵੀ ਘੋੜੇ ਨਾ ਖਰੀਦੀ, ਉਹਨੇ ਘੋੜੀ ਖਰੀਦਣ ਤੋਂ ਮੈਨੂੰ ਰੋਕਿਆ। ਇਹ ਪਰ ਚੜ ਕਿਤ ਗਵਨ ਨਾ ਕੀਜੈ, ਔਰ ਘੋੜੀ ਜੇ ਲਏ ਤੇ ਉਹਦੇ ਤੇ ਸਵਾਰੀ ਕਰਕੇ ਨਾ ਜਾਈ, ਕਿਤੇ ਸਵਾਰ ਹੋ ਕੇ ਦੂਰ ਨਾ ਜਾਈ। ਸੋ ਨ ਲਿਓ ਐਸੋ ਉਰ ਤਾਰੀ, ਮਨ 'ਚ ਸੋਚਿਆ ਜਨਮੇਜੇ ਨੇ ਵੀ ਘੋੜੀ ਨਹੀਂ ਖਰੀਦਣੀ, ਘੋੜੇ ਖਰੀਦ ਲੈਨੇ ਆ। ਘੋੜੀ ਖਰੀਦਣ ਤੇ ਪਾਬੰਦੀ ਲਾ ਦਿੱਤੀ। ਅਸਵ ਖਰੀਦਨ ਬੁੱਧ ਵਿਚਾਰੀ, ਇਹਨੇ ਵਿਚਾਰ ਕੀਤੀ ਵੀ ਘੋੜੇ ਹੀ ਖਰੀਦਾਂਗੇ। ਪਹਰੋ ਲੇਵਨ ਲਗਿਓ ਤੁਰੰਗਾ, ਇਹਨੇ ਕਹਿੰਦੇ ਉਸੇ ਵਕਤ ਹੁਕਮ ਕੀਤਾ ਵੀ ਘੋੜੇ ਖਰੀਦੋ। ਫਿਰ ਆਪ ਵੀ ਵੇਖਦਾ ਜਾ ਕੇ ਚੰਗੇ ਚੰਗੇ ਘੋੜੇ ਵੇਖ ਕੇ ਨਿਗਾਹ ਕੱਢ ਕੇ ਵਜ਼ੀਰਾਂ ਨੂੰ ਡਿਊਟੀ ਲਾ ਦਿੱਤੀ ਵੀ ਜਿੰਨੇ ਵਧੀਆ ਵਧੀਆ ਘੋੜੇ ਨੂੰ ਖਰੀਦੋ। ਧਨ ਦੇ ਵਹਿ ਲੈ ਸਰਸ ਕੁਰੰਗਾ, ਚੰਗਾ ਧਨ ਦੇ ਕੇ ਵਧੀਆ ਵਧੀਆ ਘੋੜੇ, ਸੁੰਦਰ ਸੁੰਦਰ ਘੋੜੇ ਜਿਹੜੇ ਜ਼ਮੀਨ ਤੇ ਪੈਰ ਨਹੀਂ ਲਾਉਂਦੇ, ਏਦਾਂ ਦੇ ਘੋੜੇ ਖਰੀਦਣੇ ਸ਼ੁਰੂ ਕੀਤੇ। ਏਕ ਸਮੇਂ ਇੱਕ ਆਏ ਸੁਦਾਗਰ, ਸਮਾਂ ਫਿਰ ਕੁਝ ਬੀਤ ਗਿਆ, ਕੁਝ ਮਹੀਨੇ ਕੁਝ ਸਮਾਂ ਫਿਰ ਬੀਤ ਗਿਆ। ਜਿਹੜਾ ਸਮਾਂ ਹੋਣੀ ਵੀ ਜਿਹੜਾ ਸਮਾਂ ਨਿਰਧਾਰਤ ਕੀਤਾ ਹੋਇਆ ਉਦੋਂ ਹੀ ਵਰਤਣੀ ਹੈ ਨਾ, ਉਹਨੇ ਵੀ ਆਪਣੇ ਸਮੇਂ ਨਾਲ ਹੀ ਵਰਤਣਾ। ਜਿਹੜਾ ਪਰਮੇਸ਼ਰ ਦਾ ਹੁਕਮ ਜਦੋਂ ਵਰਤਣਾ, ਤਦੇ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਕਹਿੰਦੇ ਭਾਈ ਤੂੰ ਕਾਹਦੀ ਚਿੰਤਾ ਕਰਦਾ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਤੂੰ ਕਾਹਦੀ ਚਿੰਤਾ ਕਰਦਾ, ਚਿੰਤਾ ਤਾਂ ਕਰ ਜੇ ਅਨਹੋਣੀ ਹੋਵੇ, ਜਿਹੜੀ ਹੋਣੀ ਉਹ ਤਾਂ ਵਰਤਣੀ ਵਰਤਣੀ ਹੈ। ਜਨਮੇਜੇ ਨੇ ਕੁਝ ਸਮਾਂ ਬਤੀਤ ਕੀਤਾ, ਘੋੜੇ ਖਰੀਦਦਾ ਰਿਹਾ। ਸੰਗ ਤੁਰੰਗਨ ਚਪਲਿਓ ਜਾਗਰ, ਕਹਿੰਦੇ ਇੱਕ ਵਾਰ ਦਾ ਬਚਨ ਆ, ਉਹ ਬਚਨ ਜਿਹੜਾ ਹੋਣੀ ਸੀ ਉਹ ਵਰਤਣੀ ਸੀ ਨਾ। ਇੱਕ ਸੁਦਾਗਰ ਆਇਆ, ਘੋੜੀ ਬੜੀ ਸੋਹਣੀ ਉਹਦੇ ਕੋਲ, ਐਸੀ ਕਮਾਲ ਘੋੜੀ ਆ ਜਿਹਦੇ ਕੰਨ ਜੁੜੇ ਹੋਏ, ਉੱਪਰੋਂ ਵਿਚਕਾਰੋਂ ਜਗ੍ਹਾ ਖਾਲੀ, ਵਿੱਚੋਂ ਦੀ ਹਵਾ ਨਿਕਲ ਕੇ ਉੱਤੇ ਬੈਠੇ ਸਵਾਰ ਤੇ ਆਉਂਦੀ। ਇਹੋ ਜਿਹੀ ਸੁੰਦਰ ਘੋੜੀ, ਪੈਰ ਜ਼ਮੀਨ ਤੇ ਨਹੀਂ ਟਿਕਦੇ, ਥਲੜੇ ਪੈਰ ਜਿਹੜੇ ਨੇ ਘੋੜੀ ਦੇ ਸੁੰਮ ਉਹ ਬੜੇ ਬੜੇ ਛੋਟੇ ਆਕਾਰ ਦੇ ਨੇ, ਔਰ ਬੜੇ ਸੁੰਦਰ ਘੋੜੇ। ਵੇਖਦੇ ਆ ਉੱਤੇ ਮੱਖੀ ਬੈਠੇ ਤੇ ਤਿਲਕ ਜਾਏ। ਉਹ ਘੋੜੀ ਲੈ ਕੇ ਸੁਦਾਗਰ ਆਇਆ। ਜਬ ਭੂਪਤ ਕੋ ਆਨ ਦਿਖਾਰੀ, ਸੁਦਾਗਰ ਨੇ ਲਿਆ ਕੇ ਘੋੜੀ ਰਾਜੇ ਜਨਮੇਜੇ ਨੂੰ ਵਿਖਾਈ। ਰਹੇ ਰੀਜ ਨਰ ਲਖ ਗੁਣ ਵਾਰੀ, ਜਿੰਨਿਆਂ ਨੇ ਵੇਖੀ ਸਾਰੇ ਰੀਝ ਪਏ ਗੁਣ ਵਾਰੀ। ਫਿਰ ਘੋੜੀ 'ਚ ਗੁਣ ਬੜੇ ਸੀ, ਆਗਿਆਕਾਰੀ ਸੀ, ਸੀਲ ਸੁਭਾਅ ਵਾਲੀ ਸੀ, ਚੰਚਲ ਸੀ, ਤੇਜ਼ੀ ਨਾਲ ਦੌੜਨ ਵਾਲੀ ਸੀ, ਕੱਦ ਬੜਾ ਉੱਚਾ ਸੀ ਘੋੜੀ ਦਾ। ਕਹਿੰਦੇ ਵੇਖ ਕੇ ਸਾਰਿਆਂ ਨੇ ਵੇਖਿਆ ਵੀ ਗੁਣ ਵੀ ਬਹੁਤ ਨੇ ਇਹਦੇ ਵਿੱਚ। ਨਿਰਪਤ ਸਮੀਪ ਕਹਿਤੇ ਅਸ ਬੈਨਾ, ਜਿੰਨੇ ਕੋਲ ਖੜੇ ਸੀ ਹੁਣ ਮਾਨੋ ਹੋਣੀ ਘਵਾ ਰਹੀ ਹੈ ਸਾਰਾ ਕੁਝ। ਉਹ ਕਹਿੰਦੇ ਰਾਜਾ ਐਸੀ ਘੋੜੀ ਅਸੀਂ ਜ਼ਿੰਦਗੀ 'ਚ ਨਾ ਕਦੇ ਵੇਖੀ ਹੈ ਨਾ ਸੁਣੀ ਹੈ, ਐਸਾ ਸੁੰਦਰ। ਕਹਿੰਦੇ ਕੈਸੀ ਸੁੰਦਰ ਘੋੜੀ ਹੈ, ਅੰਗ ਅੰਗ ਮਾਨੋ ਬ੍ਰਹਮਾ ਨੇ ਇਸ ਘੋੜੀ ਦਾ ਆਪਣੇ ਹੱਥੀ ਸਿਰਜਿਆ ਤੇ ਆਪਣੀ ਪੂਰੀ ਕਾਰੀਗਰਤਾ ਬ੍ਰਹਮਾ ਨੇ ਇਸ ਘੋੜੀ ਨੂੰ ਸਿਰਜਣ ਵਿੱਚ ਆਪਣੀ ਲਾਈ ਹੋਵੇ।
ਵਿਸ਼ਵਕਰਮਾ ਜਿਹੜਾ ਕਾਰੀਗਰਤਾ ਦਾ ਦੇਵਤਾ ਹੈ, ਕਹਿੰਦੇ ਮਾਨੋ ਉਹਨੇ ਆਪਣੇ ਹੱਥੀਂ ਇਹ ਘੋੜੀ ਸਿਰਜੀ ਹੋਵੇ। ਐਸੀ ਕਮਾਲ। ਕਹਿੰਦੇ ਉਸ ਵੇਲੇ ਵੇਖ ਵੇਖ ਕੇ ਨਾਲੇ ਗੁਣ ਸਲਾਉਂਦੇ ਰਾਜਾ ਜਨਮੇਜਾ ਵੇਖਦਾ ਘੋੜੀ ਨੂੰ ਤੇ ਮਨ ਹੀ ਮਨ ਲੁਭਾਏਮਾਨ ਹੋ ਰਿਹਾ ਹੈ। ਬਾਜਨ ਇਹ ਉਚਿਤ ਤੁਮ ਐਨਾ, ਕਹਿੰਦੇ ਇਹੋ ਜੀ ਘੋੜੀ ਰਾਜੇ ਜਨਮੇਜੇ ਵਰਗੇ ਬਾਦਸ਼ਾਹ ਦੇ ਦਰਬਾਰ 'ਚ ਹੋਣੀ ਚਾਹੀਦੀ ਹੈ, ਰਾਜੇ ਜਨਮੇਜੇ ਦੇ ਘਰ 'ਚ ਹੋਣੀ ਚਾਹੀਦੀ ਹੈ। ਲੈ ਢਿਗ ਰਖੋ ਜਨ ਹੈ ਬਡੇਰੇ ਬਛੇਰੇ, ਕਹਿੰਦੇ ਇਹਨੂੰ ਲੈ ਕੇ ਉਦਾਂ ਰੱਖ ਛੱਡੋ, ਵਧੀਆ ਬਛੇਰੇ ਦੇਵੇਗੀ। ਘੋੜੀ ਚੰਗੀ ਹੋਵੇ ਅੱਗੇ ਬਛੇਰੇ ਬੱਚੇ ਚੰਗੇ ਹੁੰਦੇ ਆ। ਕਹਿਣ ਲੱਗੇ ਵੀ ਤੂੰ ਇਹਦੇ ਤੇ ਨਾ ਚੜਿਆ ਕਰੀ, ਲੈ ਕੇ ਰੱਖ ਛੱਡ, ਸਵਾਰੀ ਜ਼ਰੂਰੀ ਕਰਨੀ ਹੈ, ਬਛੇਰੇ ਚੰਗੇ ਦੇਵੇਗੀ। ਅਤ ਸੁੰਦਰ ਗੁਣ ਜਾਸ ਕਨੇਰੇ, ਤੇ ਜਿਹੜੇ ਇਹਦੇ ਵਿੱਚ ਗੁਣ ਨੇ ਫਿਰ ਇਹਦੇ ਜਿਹੜੇ ਬਛੇਰੇ ਨੇ ਉਹਦੇ ਮਾਂ ਵਾਲੇ ਗੁਣ ਬਛੇਰਿਆਂ 'ਚ ਹੋਣਗੇ ਅੱਗੇ। ਹੇ ਰਾਜਾ ਇਹ ਘੋੜੀ ਜਾਣ ਨਾ ਦੇਈ, ਮਾਨੋ ਇਹ ਘੋੜੀ ਨਹੀਂ ਕੋਈ ਇੰਦਰਪੁਰੀ ਵਿੱਚੋਂ ਆਈ ਹੋਈ ਇੱਕ ਐਸੀ ਕਾਰੀਗਰਤਾ ਦੀ ਮਿਸਾਲ ਹੈ। ਚੜਨ ਉਚਿਤ ਸੋ ਹੋਏ ਤੁਮਾਰੇ, ਇਹ ਤੇਰੀ ਸਵਾਰੀ ਕਰਨ ਦੇ ਵੈਸੇ ਉਚਿਤ ਹੈ। ਪੜਵਾ ਪੈਣਾ ਚੜ੍ਹੋ ਮਨ ਤਾਰੇ, ਹੈ ਤਾਂ ਤੇਰੇ ਚੜ੍ਹਨ ਵਾਸਤੇ, ਪਰ ਤੈਨੂੰ ਵੇਦ ਵਿਆਸ ਨੇ ਰੋਕਿਆ, ਤੂੰ ਚੜੀ ਨਾ ਇਹਦੇ ਤੇ, ਲੈ ਕੇ ਰੱਖ ਛੱਡ। ਬਛੇਰੇ ਤਾਂ ਜਣੇਗੀ ਨਾ, ਬਛੇਰੇ ਵਧੀਆ ਹੋਣਗੇ, ਘੋੜਿਆਂ 'ਚ ਵਾਧਾ ਹੋਵੇਗਾ, ਤੇ ਉਦਾਂ ਇਹਦੇ ਤੇ ਸਵਾਰੀ ਤੂੰ ਨਾ ਕਰੀ। ਰਾਜੇ ਜਨਮੇਜੇ ਨੇ ਜਦੋਂ ਇਹ ਗੱਲਾਂ ਸੁਣੀਆਂ, ਇਸ ਪ੍ਰਕਾਰ ਸੁਨ ਤਿਸ ਕੀ ਬਾਨੀ, ਸੌਦਾਗਰ ਨੇ ਵੀ ਕਿਹਾ, ਕਹਿੰਦਾ ਮਹਾਰਾਜ ਮੈਨੂੰ ਸਾਰੀ ਜ਼ਿੰਦਗੀ ਹੋ ਗਈ ਆ ਘੋੜਿਆਂ ਦਾ ਵਪਾਰ ਕਰਦਿਆਂ, ਪਰ ਇਹੋ ਜਿਹਾ ਜਨਾਵਰ ਕਦੇ ਮੈਂ ਨਹੀਂ ਵੇਖਿਆ। ਇਹ ਤਾਂ ਪਤਾ ਨਹੀਂ ਆ ਲੋਕ ਕੀ ਹੈ, ਕਿੱਥੋਂ ਆਇਆ ਇਹ ਨਹੀਂ ਜਾਣਦਾ। ਲਿਓ ਤੁਰੰਗਨ ਮਨ ਠਹਿਰਾਨੀ, ਇਹਨੇ ਹੁਣ ਮਨ 'ਚ ਨਿਸ਼ਚਾ ਕਰ ਲਿਆ, ਚਲੋ ਲੈ ਕੇ ਰੱਖਣੀ ਆ, ਆਪਾਂ ਕਿਹੜਾ ਚੜਨਾ ਇਹਦੇ ਤੇ। ਵੇਖੋ ਹੁਣ ਕਿਵੇਂ ਅੱਗੇ ਪ੍ਰੇਰਦੀ ਹੈ। ਕਹਿੰਦਾ ਮੈਂ ਕਿਹੜਾ ਇਹਦੇ ਤੇ ਸਵਾਰੀ ਕਰਨ ਲੱਗਾ, ਲੈ ਕੇ ਰੱਖ ਲੈਣਾ। ਸੁੰਦਰ ਦੇਖ ਹਿਰਦਾ ਲੋਭਾਇਆ, ਸੋਹਣੀ ਘੋੜੀ ਵੇਖ ਕੇ ਦਾ ਮਨ ਲੁਭਾਏ ਮਾਨ ਹੋਇਆ। ਸਰਬ ਸੁਦਾਗਰ ਕੋ ਦੇਵਾਇਆ, ਸੌਦਾਗਰ ਨੇ ਜਿੰਨੇ ਪੈਸੇ ਮੰਗੇ ਉਹਨੂੰ ਦਵਾ ਦਿੱਤੇ। ਲੈ ਕਰ ਰਾਖੀ ਹੇਤ ਵਧਾਵਨ, ਔਰ ਉਹ ਘੋੜੀ ਆਪਣੇ ਘਰ 'ਚ ਬੰਨ੍ਹ ਕੇ ਰੱਖਣ ਨੂੰ ਰੱਖ ਲਈ। ਗੁਣ ਮੰਦਰ ਸੋ ਦਰਜ ਸੁਹਾਵਨ, ਜਿਹੜੀ ਗੁਣਾਂ ਦੀ ਮੰਦਰ ਆ ਤੇ ਬੜੀ ਸੋਹਣੀ ਘੋੜੀ ਹੈ। ਗੋਪਾਲ ਜੋ ਸੇਵਕ ਆਹੀ, ਜਿਹੜਾ ਘੋੜਿਆਂ ਦਾ ਸੇਵਾਦਾਰ ਸੀ, ਘੋੜੇ ਸਾਂਭਦਾ ਸੀ, ਉਹ ਘੋੜੀ ਨੂੰ ਸਾਂਭਦਾ ਹੈ। ਜਦੋਂ ਉਹ ਤੋਰਦਾ ਫੇਰਦਾ ਘੋੜੀ ਨੂੰ ਤੇ ਆ ਕੇ ਰਾਜੇ ਜਨਮੇਜੇ ਨੂੰ ਦੱਸਦਾ, ਰਾਜਾ ਘੋੜੇ ਤੇਰੇ ਬੜੇ ਨੇ ਤਬੇਲੇ ਵਿੱਚ, ਪਰ ਉਸ ਘੋੜੀ ਦੇ ਮਨਿੰਦ ਕੋਈ ਦੂਸਰਾ ਜਾਨਵਰ ਨਹੀਂ। ਪ੍ਰੇਰਦਾ ਹੁਣ ਕਿਵੇਂ ਪ੍ਰੇਰਿਆ ਹੋਇਆ ਉਹਦੇ ਤੇ ਸਵਾਰ ਹੁੰਦਾ, ਹੋਣੀ ਕਿਵੇਂ ਉਹਦੇ ਕੋਲੋਂ ਅੱਗੇ ਵਰਤਾਰਾ ਵਰਤਾਉਂਦੀ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ, ਅਗਲੇਰੇ ਪ੍ਰਸੰਗਾਂ ਵਿੱਚ ਉਹ ਕਥਾ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 हे अच्युत हे पार ब्रह्म विनाशी अगनाश हे पूरन हे सर्वमय दुख भंजन
ਪੂਜਨ ਗੁਣ ਤਾਸ हे संगी हे निरंकार हे निर्गुण सब टेक हे गोबिंद हे गुण निधान जाके सदा बबेक हे अपरंपर हर हरे है पी हो बनहार हे संत कै सदा संग निधारा आधार हे ठाकुर हो दासरो मैं निर्गुण गुण नहीं कोय नानक दीजा नाम दान राखो ही है परोए आए प्रभ शरणागति कृपा निध दयाल एक अखर हर मन बस्त नानक होत निहाल वाहिगुरु नाम जहाज है चढ़े सो उतरे पार जो शरदा कर सेवंदे गुर पार उतारन हार वाहिगुरु नाम जहाज है चढ़े सो उतरे पार जो शरदा कर सेवंदे गुर पार उतारन हार वाहिगुरु जी का खालसा वाहिगुरु जी की फतेह।
ਵਾਹਿਗੁਰੂ ਵਾਹਿਗੁਰੂ ਜੀ। ਵਾਹਿਗੁਰੂ 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 ਜੀ। ਤੇਰੇ कवन गुण कह कह गाऊं। तू साहिब गुनी निदाना तुमरी महिमा बरन न सको। ठाकुर पूछ भगवान बाणी बाणी गुरु गुरु है बाणी विच बाणी अमृत सारे। गुरबाणी गुरबाणी कहे सेवक जन माने। पर तक गुरु ने सताए। पर तक गुरु ने सतारे। आनंद गुण निदान गुरु गुरु गरीब निवाज गरीब निवाज गरीब निवाज। तू चो सजन मेंढया मेंढया तू चो सजन मेंढया मेंढया तू चो सजन मेंढया मेंढया। तू चो सजन मेंढया मेंढया तू चो सजन मेंढया मेंढया।
रे